ਕਿਸੇ ਨੇ ਸਨੇਹ ਬਣਾਉਣਾ ਹੈ, ਕਿਸੇ ਨੇ ਨੇੜਤਾ ਬਣਾਉਣੀ ਹੈ, ਤੇ ਸਭ ਤੋਂ ਪਹਿਲਾਂ ਉਪਰਾਲਾ ਹੀ ਇਹ ਕਰਨਾ ਪਏਗਾ ਕਿ ਕੁਦਰਤ ਦੇ ਨਾਲ ਪਿਆਰ ਕਰਨਾ ਪਏਗਾ, ਕੁਦਰਤ ਦੇ ਨਾਲ ਨੇਹ ਕਰਨਾ ਪਵੇਗਾ। ਮਹਾਰਾਜ ਨੇ ਸਾਨੂੰ ਸੰਸਾਰ ਦੇ ਵਿੱਚ ਇਹ ਆਖਿਆ ਕਿ ਸੰਸਾਰ ਦੀ ਖੁਸ਼ਾਮਦ ਦੇ ਵਿੱਚ ਨਾ ਪਈ, ਸਿਫਤ ਸਲਾਹ ਪ੍ਰਮਾਤਮਾ ਦੀ ਹੀ ਕਰਨੀ ਹੈ, ਪਰ ਸੰਸਾਰ ਨੂੰ ਬੁਰਾ ਨਹੀਂ ਆਖਣਾ। ਇਸ ਕੁਦਰਤ ਨੂੰ, ਇਸ ਕੁਦਰਤ ਦੀ ਨਿਯਮਾਵਲੀ ਨੂੰ ਬੜੇ ਪਿਆਰ ਦੇ ਨਾਲ ਨਿਭਾਉਣਾ ਹੈ। ਤੇ ਜੇ ਕੁਦਰਤ ਨੂੰ ਮਾੜਾ ਆਖੇਗਾ ਤੇ ਤੇਰੀ ਕਾਦਰ ਨਾਲ ਨਹੀਂ ਬਣਨੀ, ਕਿਉਂਕਿ ਕੁਦਰਤ ਦੇ ਵਿੱਚ ਹੀ ਪ੍ਰਮਾਤਮਾ ਵਸਿਆ ਹੋਇਆ ਹੈ। ਕੁਦਰਤ ਦੇ ਵਿੱਚ ਵੀ ਪ੍ਰਮਾਤਮਾ ਆਪਣਾ ਆਪ ਟਿਕਾਇਆ ਹੋਇਆ ਹੈ, ਜਿਸ ਨੂੰ ਮਹਾਰਾਜ ਕਹਿੰਦੇ ਨੇ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਏ ਕਰ ਆਸਣ ਡਿਠੋ ਚਾਓ। ਪਹਿਲਾਂ ਅਕਾਲ ਪੁਰਖ ਪ੍ਰਮਾਤਮਾ ਨੇ ਸਵੈਂ ਆਪਣੇ ਆਪ ਨੂੰ ਸਾਜਿਆ, ਆਪਣੇ ਆਪ ਨੂੰ ਇਸ ਸੰਸਾਰ ਦੇ ਅੰਦਰ ਬਣਾਇਆ, ਫਿਰ ਕਹਿੰਦੇ ਨੇ ਦੂਜੀ ਕੁਦਰਤ ਸਾਜ ਦਿੱਤੀ, ਫਿਰ ਉਸ ਕੁਦਰਤ ਨੂੰ ਸਾਜ ਕੇ ਕਰ ਆਸਣ ਡਿਠੋ ਚਾਓ। ਉਸ ਕੁਦਰਤ ਦੇ ਵਿੱਚ ਆਸਣ ਕੀਤਾ, ਟਿਕਾਣਾ ਕੀਤਾ ਆਪਣਾ ਪ੍ਰਮਾਤਮਾ ਜੀ ਨੇ। ਕਿਉਂਕਿ ਜੇ ਅਕਾਲ ਪੁਰਖ ਪ੍ਰਮਾਤਮਾ ਨੇ ਆਪਣਾ ਟਿਕਾਣਾ ਇਸ ਸ੍ਰਿਸ਼ਟੀ ਦੇ ਵਿੱਚ ਕੀਤਾ, ਉਸ ਤੋਂ ਬਾਅਦ ਜਿਹੜੇ ਸ਼ਬਦ ਬਣੇ ਦਇਆ, ਧਰਮ, ਸੰਤੋਖ, ਸਬਰ, ਪਰਉਪਕਾਰ। ਕਿਉਂਕਿ ਅਕਾਲ ਪੁਰਖ ਪ੍ਰਮਾਤਮਾ ਜੀ ਦਾ ਵਾਸਾ ਇਹਨਾਂ ਜੀਵਾਂ ਦੇ ਵਿੱਚ ਹੈ, ਸੋ ਪਰਉਪਕਾਰ ਕਰਨਾ, ਦੂਜੇ ਦੇ ਉੱਪਰ ਪਰਉਪਕਾਰ ਕਰਨਾ, ਦੂਜੇ ਦਾ ਭਲਾ ਕਰਨਾ, ਇਸ ਨੂੰ ਪਰਉਪਕਾਰ ਆਖਿਆ। ਦਇਆ ਕਰਨੀ ਦੂਸਰੇ ਜੀਵ ਦੇ ਉੱਤੇ, ਦੂਜੇ ਨੂੰ ਮਾਫ ਕਰ ਦੇਣਾ, ਇਹ ਦਇਆ ਹੈ। ਇਸੇ ਕਰਕੇ ਕਿ ਦਇਆ ਦੇ ਵਿੱਚੋਂ ਅਕਾਲ ਪੁਰਖ ਪ੍ਰਮਾਤਮਾ ਪ੍ਰਗਟ ਹੁੰਦਾ ਹੈ, ਸਬਰ ਦੇ ਵਿੱਚੋਂ ਧਰਮ ਪੈਦਾ ਹੁੰਦਾ ਹੈ, ਤੇ ਸੰਤੋਖ ਦੇ ਵਿੱਚੋਂ ਸ਼ਹੀਦੀ ਪੈਦਾ ਹੁੰਦੀ ਹੈ। ਜਿਹੜਾ ਬੰਦਾ ਸੰਤੋਖ ਨਹੀਂ ਰੱਖ ਸਕਦਾ, ਉਹ ਧਰਮ ਵਾਸਤੇ ਕਦੇ ਆਪਣੀ ਜਾਨ ਕੁਰਬਾਨ ਨਹੀਂ ਕਰ ਸਕਦਾ। ਸੰਤੋਖ ਤੋਂ ਭਾਵ ਕੀ ਹੁੰਦਾ ਹੈ, ਸਬਰ ਤੋਂ ਭਾਵ ਕੀ ਹੈ ਕਿ ਜਿਹੜਾ ਬੰਦਾ ਆਪਣੇ ਪੇਟ ਵਾਸਤੇ ਕਿਸੇ ਦੂਜੇ ਦਾ ਕਤਲ ਕਰ ਦਿੰਦਾ ਹੈ, ਕਿਸੇ ਦੂਜੇ ਨੂੰ ਖਤਮ ਕਰ ਦਿੰਦਾ ਹੈ, ਕਿਸੇ ਦੂਜੇ ਦੇ ਘਰ ਦੇ ਵਿੱਚ ਚੋਰੀ ਡਾਕਾ ਕਰਦਾ ਹੈ, ਜੇ ਉਸ ਅਜਿਹੇ ਬੰਦੇ ਨੂੰ, ਕਿਉਂਕਿ ਉਹ ਸਾਰਾ ਕੁਝ ਕਿਸ ਵਾਸਤੇ ਕਰਦਾ ਹੈ ਕਿ ਇੱਕੇ ਵਾਰਾਂ ਕੋਈ 5 ਰੁਪਈਆਂ ਦੀ ਮੈਨੂੰ ਮਿਲੇਗੀ, ਇੱਕੇ ਵਾਰਾਂ ਕੋਈ ਬਹੁਤਾ ਧਨ ਮੈਨੂੰ ਮਿਲੇਗਾ ਤੇ ਮੈਂ ਲੰਮਾ ਸਮਾਂ ਸੁੱਖ ਲੈ ਸਕਦਾ ਹੈ। ਸੋ ਜਿਹੜਾ ਬੰਦਾ ਪਹਿਲਾਂ ਹੀ ਸੁੱਖ ਦੀ ਆੜ ਦੇ ਵਿੱਚ ਹੈ, ਪਹਿਲਾਂ ਹੀ ਸੁੱਖ ਦੇ ਵਿੱਚ ਉਹ ਸੋਚ ਰਿਹਾ ਕਿ ਮੈਨੂੰ ਸਮਾਂ, ਇੰਨਾ ਲੰਮਾ ਸਮਾਂ ਸੁੱਖ ਮਿਲੇਗਾ, ਜੇ ਉਸ ਬੰਦੇ ਨੂੰ ਆਖਿਆ ਜਾਵੇ ਕਿ ਧਰਮ ਵਾਸਤੇ ਸ਼ਹੀਦੀ ਦੇਣੀ ਪੈ ਸਕਦੀ ਹੈ, ਧਰਮ ਵਾਸਤੇ ਕੁਰਬਾਨ ਹੋਣਾ ਪੈ ਸਕਦਾ ਹੈ, ਤੇ ਉਹ ਕੀ ਕਰੇਗਾ? ਉਹ ਸ਼ਹੀਦ ਹੋ ਸਕਦਾ ਹੈ? ਨਹੀਂ। ਇਸ ਕਰਕੇ ਸਬਰ ਤੇ ਸੰਤੋਖ ਇਹ ਮਹਾਰਾਜ ਨੇ ਜਿਨ੍ਹਾਂ ਨੂੰ ਬਖਸ਼ਿਸ਼ ਕੀਤੇ ਨੇ, ਉਹਨਾਂ ਦੇ ਅੰਦਰ ਇਹ ਧਰਮ ਪੈਦਾ ਹੁੰਦਾ ਹੈ, ਉਹਨਾਂ ਦੇ ਅੰਦਰ ਪ੍ਰਮਾਤਮਾ ਦੀ ਲਿਵ ਜਿਹੜੀ ਹੈ ਭਗਤੀ ਪੈਦਾ ਹੁੰਦੀ ਹੈ। ਤੇ ਪਰ ਉਪਕਾਰ, ਪਰ ਉਪਕਾਰ ਦੂਜੇ ਦਾ ਭਲਾ ਕਰਨਾ, ਦੂਜੇ ਦਾ ਭਲਾ ਮੰਗਣਾ। ਇਹ ਨਹੀਂ ਆਖਣਾ ਕਿ ਦੂਸਰਾ ਸਰੀਰ ਮਾੜਾ ਹੈ, ਦੂਸਰਾ ਸਰੀਰ ਚੰਗਾ ਹੈ, ਜਿਹੜਾ ਮੇਰੀ ਸ਼ਲਾਘਾ ਕਰਦਾ ਹੈ, ਮੇਰੀ ਉਸਤਤ ਕਰਦਾ ਹੈ, ਉਹ ਜਿਹੜਾ ਸਰੀਰ ਚੰਗਾ ਹੈ। ਜਿਹੜਾ ਮੈਨੂੰ ਨਹੀਂ ਬੁਲਾਉਂਦਾ, ਜਿਹੜਾ ਮੈਨੂੰ ਨਹੀਂ ਢੰਗ ਨਾਲ ਜਾਣਦਾ, ਉਸ ਇਨਸਾਨ ਦੇ ਨਾਲ ਮੇਰੀ ਈਰਖਾ ਹੈ। ਸੋ ਸਭ ਤੋਂ ਵੱਡੀ ਗੱਲ ਹੈ ਕਿ ਜੇ ਬੰਦਾ ਇਸ ਕਾਦਰ ਦੇ, ਕੁਦਰਤ ਦੀ ਕਾਦਰ ਦੀ ਜਿਹੜੀ ਕੁਦਰਤ ਹੈ, ਉਹਦੇ ਨਾਲ ਨੇਹ ਨਹੀਂ ਕਰ ਸਕਦਾ, ਤਾਂ ਪ੍ਰਮਾਤਮਾ ਨਾਲ ਪਿਆਰ ਕਿਵੇਂ ਪਾਏਗਾ? ਕਿਉਂਕਿ ਉਹ ਤਾਂ ਦਿਸ ਨਹੀਂ ਰਿਹਾ। ਸੋ ਜਿਹੜਾ ਸੰਸਾਰ ਦਾ ਜੀਵ ਹੈ ਉਹ ਸਾਨੂੰ ਦਿਸ ਰਿਹਾ ਹੈ, ਉਹਦੀ ਭੁੱਖ ਜਿਹੜੀ ਹੈ ਉਹ ਸਾਨੂੰ ਦਿਸਦੀ ਹੈ, ਉਹਨੂੰ ਜਿਹੜੀ ਲੱਗੀ ਹੋਈ ਪਿਆਸ ਹੈ ਉਹ ਸਾਨੂੰ ਮਹਿਸੂਸ ਹੁੰਦੀ ਹੈ, ਉਹ ਪਾਣੀ ਮੰਗਦਾ ਹੈ। ਸੋ ਜਿਹੜਾ ਪ੍ਰਮਾਤਮਾ ਹੈ ਉਹ ਤਾਂ ਦਿਸ ਹੀ ਨਹੀਂ ਰਿਹਾ। ਸਭ ਤੋਂ ਵੱਡੀ ਗੱਲ ਹੈ, ਜੇ ਬੰਦਾ ਇਸ ਸੰਸਾਰ ਦੇ ਵਿੱਚ
ਰਹਿ ਕੇ ਅਕਾਲ ਪੁਰਖ ਪਰਮਾਤਮਾ ਜੀ ਦੀ ਬਣਾਈ ਹੋਈ ਸ੍ਰਿਸ਼ਟੀ ਦੇ ਨਾਲ ਨੇਹ ਕਰ ਲੈਂਦਾ ਹੈ, ਪਿਆਰ ਕਰਦਾ ਹੈ, ਇਹਨਾਂ ਜੀਵਾਂ ਦੇ ਉੱਤੇ ਦਇਆ ਕਰਦਾ ਹੈ, ਸੋ ਸੁਭਾਵਕ ਗੱਲ ਹੈ ਉਹਦੀ ਪਰਮਾਤਮਾ ਦੇ ਨਾਲ ਨੇੜਤਾ ਬਣ ਜਾਏਗੀ। ਤੇ ਜੇ ਬੰਦਾ ਇੱਕ ਦੀ ਉਸਤਤ ਕਰਦਾ ਹੈ, ਇੱਕ ਨਾ ਦੇ ਨਾਲ ਈਰਖਾ ਕਰਦਾ ਪਿਆ ਹੈ, ਦਵੈਸ਼ ਭਾਵਨਾ ਰੱਖਦਾ ਹੈ, ਜਾਤ ਰੂਪ ਰੰਗ ਭੇਦ ਭਾਵ ਦਾ ਜਿਹੜਾ ਉਹਦੇ ਅੰਦਰ ਚੱਲ ਰਿਹਾ ਹੈ ਸਿਲਸਿਲਾ, ਸੋ ਉਸ ਇਨਸਾਨ ਦੀ ਵਾਹਿਗੁਰੂ ਦੇ ਨਾਲ ਕਦੇ ਨਹੀਂ ਬਣ ਸਕਦੀ। ਕੁਦਰਤ ਦੇ ਵਿੱਚ ਪਰਮਾਤਮਾ ਵਸਦਾ ਹੈ, ਦੁਈ ਕੁਦਰਤ ਸਾਜੀਏ ਕਰ ਆਸਣ ਡਿਠੋ ਚਾਓ। ਸੋ ਉਸ ਦੂਜੀ ਕੁਦਰਤ ਦੇ ਨਾਲ ਉਹ ਜਿਹੜਾ ਸੰਸਾਰ ਹੈ ਉਹਦੇ ਨਾਲ ਸਾਨੂੰ ਪਿਆਰ ਕਰਨਾ ਪਵੇਗਾ, ਉਸ ਦੇ ਨਾਲ ਸਾਨੂੰ ਨੇਹ ਕਰਨਾ ਪਏਗਾ। ਤੇ ਸਤਿਗੁਰੂ ਜੋ ਅੱਜ ਦੀ ਸ਼ਬਦ ਦੀ ਵਿਚਾਰ ਹੈ, 52 ਅੱਖਰੀ ਬਾਣੀ ਦੀ ਵਿਚਾਰ ਲੰਬੇਰੇ ਸਮੇਂ ਤੋਂ ਆਪਾਂ ਸਰਵਣ ਕਰਦੇ ਆ ਰਹੇ ਹਾਂ। 260 ਅੰਗ ਤੇ ਸ਼ਬਦ ਹੈ ਤੇ 50 ਨੰਬਰ ਪੌੜੀ ਹੈ। ਇਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਸ਼ਲੋਕ, ਸਤ ਕਹੋ ਸੁਨ ਮਨ ਮੇਰੇ ਸ਼ਰਨ ਪਰੋ ਹਰ ਰਾਏ। ਕਹਿ ਲੱਗੇ ਹੇ ਮੇਰੇ ਮਨ, ਮੈਂ ਤੈਨੂੰ ਇੱਕ ਸੱਚੀ ਗੱਲ ਸੁਣਾਉਂਦਾ ਹੈ। ਸੱਚੀ ਗੱਲ ਸਧਾਰਨ ਜੇ ਤੌਰ ਤੇ ਸਮਝਾ ਦਿੰਨਾ ਹੈ। ਸਤ ਕਹੋ, ਮੈਂ ਸੱਚ ਕਹਿਣਾ ਹੈ। ਸੁਨ ਮਨ ਮੇਰੇ, ਹੇ ਮੇਰੇ ਮਨ ਸੁਣ ਇਸ ਗੱਲ ਨੂੰ। ਸ਼ਰਨ ਪਰੋ ਹਰ ਰਾਏ, ਅਕਾਲ ਪੁਰਖ ਪਰਮਾਤਮਾ ਜੀ ਦੀ ਸ਼ਰਨ ਆ ਜਾ। ਤੇ ਸ਼ਰਨ ਕੌਣ ਪੈਂਦਾ ਹੁੰਦਾ ਹੈ? ਮਹਾਰਾਜ ਕਹਿੰਦੇ ਨੇ ਸ਼ਰਨ ਉਹੀ ਪੈ ਸਕਦਾ ਹੈ ਜਿਨੇ ਆਤਮ ਸਮਰਪਣ ਕਰ ਦਿੱਤਾ ਹੋਵੇ, ਜਿਨੇ ਆਪਣੇ ਆਪ ਦਾ ਮਨ ਜਿਹੜਾ ਹੈ ਗੁਰੂ ਅੱਗੇ ਅਰਪਣ ਕਰ ਦਿੱਤਾ ਹੋਵੇ। ਆਤਮ ਸਮਰਪਣ ਕਹਿੰਦੇ ਨੇ ਉਸ ਨੂੰ। ਤੇ ਜੇ ਅਸੀਂ ਬਾਹਰੀ ਤੌਰ ਤੇ ਵੇਖੀਏ, ਆਪਾਂ ਕਹਿ ਦਿੰਨੇ ਜੀ ਕਿਸੇ ਫੌਜ ਨੇ ਆਤਮ ਸਮਰਪਣ ਕਰ ਦਿੱਤਾ, ਕਿਸੇ ਦੇਸ਼ ਦੀ ਫੌਜ ਨੇ, ਉਹਨਾਂ ਨੇ ਆਤਮ ਸਮਰਪਣ ਕਰ ਦਿੱਤਾ। ਆਤਮ ਸਮਰਪਣ ਤੋਂ ਭਾਵ ਉਹਨਾਂ ਨੇ ਆਖਿਆ ਸਾਨੂੰ ਹਾਰਨਾ ਮਨਜ਼ੂਰ ਹੈ, ਸਾਨੂੰ ਮੌਤ ਮਨਜ਼ੂਰ ਨਹੀਂ ਹੈ। ਉਹਨਾਂ ਨੇ ਆਖਿਆ ਵੀ ਅਸੀਂ ਹਥਿਆਰ ਸੁੱਟ ਦਿੰਨੇ ਆ, ਅਸੀਂ ਤੁਹਾਡੇ ਅਧੀਨ ਹੋ ਜਾਂਦੇ ਆ। ਭਾਵ ਕਿ ਉਹਨਾਂ ਨੇ ਗੋਡੇ ਟੇਕ ਦਿੱਤੇ, ਝੁਕ ਗਏ। ਇਵੇਂ ਹੀ ਅਸੀਂ ਗੁਰੂ ਅੱਗੇ ਆਉਣੇ ਆ ਤੇ ਸ਼ਬਦ ਵੀ ਸਪਸ਼ਟ, ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਬਬੇਕਾ। ਹਾਰ ਕੇ ਸਾਰੇ ਪਾਸੇ ਦੌੜ ਭੱਜ ਕੇ ਵੇਖ ਲਿਆ। ਹਾਰ ਪਰਿਓ ਸੁਆਮੀ ਕੇ ਦੁਆਰੇ, ਹਾਰ ਕੇ ਡਿੱਗ ਪਏ ਸੁਆਮੀ ਦੇ ਦਵਾਰ ਅੱਗੇ। ਦੀਜੇ ਬੁੱਧ ਬਬੇਕਾ। ਸੋ ਇਸ ਨੂੰ ਆਤਮ ਸਮਰਪਣ ਆਖਿਆ ਜਾਂਦਾ ਹੈ। ਤੇ ਜਦੋਂ ਅਸੀਂ ਗੁਰੂ ਅੱਗੇ ਆ ਕੇ ਆਤਮ ਸਮਰਪਣ ਕਰ ਦਿੰਨੇ ਆ, ਆਪਣਾ ਆਪ ਹਾਰ ਦਿੰਨੇ ਆ, ਤੇ ਮਹਾਰਾਜ ਜੀ ਕਹਿੰਦੇ ਨੇ ਇਹ ਨਾ ਸਮਝੀ ਕਿ ਹੁਣ ਤੈਨੂੰ ਕੈਦੀ ਬਣਾ ਕੇ ਰੱਖਿਆ ਜਾਏਗਾ। ਭਾਵੇਂ ਕਿ ਸੰਸਾਰ ਦੀ ਦੁਨੀਆ ਦੇ ਵਿੱਚ ਜੇ ਕੋਈ ਆਤਮ ਸਮਰਪਣ ਕਰ ਦਿੰਦਾ ਹੈ, ਉਹਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਜਾਂਦਾ ਹੈ, ਉਹਨੂੰ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ, ਭਾਵੇਂ ਉਹਨੂੰ ਭੁੱਖਿਆਂ ਰੱਖਿਆ ਜਾਵੇ, ਪਰ ਪਰਮਾਤਮਾ ਦੇ ਘਰ ਦੇ ਵਿੱਚ ਅਜਿਹੀ ਹੈ। ਸੰਸਾਰ ਦੇ ਵਿੱਚ ਕੋਈ ਹਾਰੇਗਾ, ਉਹਨੂੰ ਕੋਈ ਸਜ਼ਾ ਮਿਲ ਸਕਦੀ ਹੈ, ਉਹਨੂੰ ਸਜ਼ਾ ਮਿਲ ਸਕਦੀ ਹੈ, ਉਹਨੂੰ ਕੋਈ ਵੀ ਸਜ਼ਾ ਹੋ ਸਕਦੀ, ਉਹਨੂੰ ਰੋਟੀ ਤੋਂ ਭੁੱਖਿਆਂ ਰੱਖਿਆ ਜਾ ਸਕਦਾ ਹੈ, ਕਾਲ ਕੋਠੜੀ 'ਚ ਬੰਦ ਕੀਤਾ ਜਾ ਸਕਦਾ ਹੈ। ਪਰ ਇੱਥੇ ਹਾਰਨ ਦਾ ਮਤਲਬ ਇਹ ਨਹੀਂ ਕਿ ਬੰਦਾ ਹਾਰ ਜਾਂਦਾ, ਇੱਥੇ ਹਾਰਨ ਦਾ ਮਤਲਬ ਇਹ ਹੈ ਕਿ ਬੰਦਾ ਜਿੱਤ ਜਾਂਦਾ ਹੈ। ਇੱਥੇ ਆਤਮ ਸਮਰਪਣ ਕਰਨ ਦਾ ਮਤਲਬ ਹੈ ਮਨ ਵਿੱਚ ਹੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਉਸ ਸੇਵਕ ਦੇ ਕਾਰਜ ਰਾਸ ਹੋ ਕੇ ਸੰਸਾਰੀ ਤੌਰ ਤੇ ਉਸ ਨੂੰ ਕੈਦੀ ਬਣਾ ਲਿਆ ਗਿਆ, ਪਰ ਧਾਰਮਿਕ ਤੌਰ ਤੇ ਉਹਦੇ ਕਾਰਜ ਰਾਸ ਹੋਏ। ਉਹਨੇ ਜਦੋਂ ਆਤਮ ਸਮਰਪਣ ਕੀਤਾ, ਮਨ ਸਤਿਗੁਰੂ ਨੂੰ ਵੇਚ ਦਿੱਤਾ, ਉਹਦੇ ਕਾਰਜ ਰਾਸ ਹੋ ਗਏ, ਉਹ ਸਫਲ ਹੋ ਗਿਆ ਉਸ ਦਾ ਜੀਵਨ। ਇੱਥੇ ਹਾਰੇ ਹੋਏ ਮਨੁੱਖ ਦੇ ਕੋਲ ਜਦੋਂ ਕੋਈ ਚਾਰਾ ਨਹੀਂ ਹੁੰਦਾ, ਤੇ ਫਿਰ ਜਦੋਂ ਗੁਰੂ ਅੱਗੇ ਅਰਦਾਸ ਕਰਦਾ, ਗੁਰੂ ਉਹ ਜੀ ਅਰਦਾਸ ਸੁਣ ਕੇ ਉਹਦੇ ਕਾਰਜ ਰਾਸ ਕਰ ਦਿੰਦਾ। ਸੋ ਸਾਨੂੰ ਹਉਮੈ ਚਾਹੀਦੀ ਹੈ ਜੇ ਹਾਰ ਮਨਜ਼ੂਰ ਹੈ। ਇਸ ਕਰਕੇ ਹਾਰਨਾ ਬਹੁਤ ਮਨਜ਼ੂਰ ਹੈ ਸਾਨੂੰ ਹਉਮੈ ਨਹੀਂ ਚਾਹੀਦੀ। ਭਾਈ ਗੁਰਦਾਸ ਜੀ ਕਹਿੰਦੇ ਨੇ ਉੱਚਾ ਇਨਸਾਨ ਹਮੇਸ਼ਾ ਹੀ ਆਪਣੇ ਆਪ ਨੂੰ ਕੁਦਰਤ ਤੇ ਕਾਦਰ ਦੇ ਨਾਲੋਂ, ਦੋਵਾਂ ਦੇ ਨਾਲੋਂ ਵੱਖਰਾ ਕਰ ਲੈਂਦਾ ਹੈ। ਜਿਹੜਾ ਉੱਚਾ ਇਨਸਾਨ
ਹਉਮੈ ਵਾਲਾ, ਅਹੰਕਾਰ ਵਾਲਾ ਇਨਸਾਨ ਕੁਦਰਤ ਤੋਂ ਵੀ ਦੂਰ ਹੁੰਦਾ ਹੈ, ਕਾਦਰ ਤੋਂ ਵੀ ਦੂਰ ਹੋ ਜਾਂਦਾ ਹੈ। ਕਹਿੰਦੇ ਨੇ ਭਾਈ ਗੁਰਦਾਸ ਜੀ ਕਹਿੰਦੇ, ਵੇਖੋ ਜਿਵੇਂ ਇੱਕ ਮਾਲਾ ਪਰੋਈ ਗਈ ਤੇ ਆਪਾਂ ਸਾਰੇ ਜਾਣਦੇ ਹਾਂ ਜਿਹੜੀ ਜਪਣੀ ਮਾਲਾ ਸਿਮਰਨੀ ਜਿੰਨੀਆਂ ਵੀ ਹੁੰਦੀਆਂ ਨੇ ਉਹਨਾਂ ਵਿੱਚ ਇੱਕ ਮੇਰੂ ਮਣਕਾ ਜ਼ਰੂਰ ਹੁੰਦਾ ਹੈ। ਇੱਕ ਮੇਰੂ ਮਣਕਾ ਜਿਹੜਾ ਹੁੰਦਾ ਹੈ ਉਹ ਜ਼ਰੂਰ ਹੁੰਦਾ ਹੈ। ਉਸ ਮੇਰੂ ਮਣਕੇ ਨੂੰ ਕਰਦੇ ਉਹਦੇ ਤੋਂ ਕਈ ਬਹੁਤ ਜਿਨ੍ਹਾਂ ਨੂੰ ਜਪਣੀ ਆਉਂਦੀ, ਵੈਸੇ ਕਬੀਰ ਸਾਹਿਬ ਜੀ ਨੇ ਕਿਹਾ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਮੈਨੂੰ ਕੋਈ ਵੱਖਰੀ ਮਾਲਾ ਫੜਨ ਦੀ ਲੋੜ ਨਹੀਂ ਹੈ, ਮੇਰੀ ਰਸਨਾ ਹੀ ਪ੍ਰਮਾਤਮਾ ਦਾ ਨਾਮ ਜਪਦੀ ਰਹਿੰਦੀ ਹੈ, ਇਹੀ ਮੇਰੇ ਵਾਸਤੇ ਸਿਮਰਨੀ ਹੈ। ਪਰ ਜਿਹੜਾ ਮਾਲਾ ਫੇਰਨ ਦਾ ਕੋਈ ਨਿਯਮਾਵਲੀ ਹੈ ਉਹ ਕੀ ਕਰਦੇ ਨੇ ਕਿ ਉਸ ਮੇਰੂ ਮਣਕੇ ਤੋਂ ਪਹਿਲਾਂ ਹੀ ਫਿਰ ਮਾਲਾ ਨੂੰ ਘੁਮਾ ਲਿਆ ਜਾਂਦਾ, ਉਸ ਮੇਰੂ ਮਣਕੇ ਨੂੰ ਗਿਣਤੀ ਦੇ ਵਿੱਚ ਨਹੀਂ ਲੈ ਕੇ ਆਇਆ ਜਾਂਦਾ, ਕਿਉਂਕਿ ਉਸ ਮਾਲਾ ਦੇ ਮਣਕੇ ਗਿਣਤੀ ਦੇ ਹੁੰਦੇ ਨੇ, ਕਿਸੇ ਦੇ 51, ਕਿਸੇ ਦੇ 108, ਤੇ ਉਹਨਾਂ ਵਿੱਚ ਇੱਕ ਜਿਹੜਾ ਮੇਰੂ ਮਣਕਾ ਹੁੰਦਾ ਉਹਨੂੰ ਗਿਣਤੀ 'ਚ ਨਹੀਂ ਲੈ ਕੇ ਆਉਂਦਾ। ਕਿਉਂ? ਕਿਉਂਕਿ ਉਹ ਉੱਚਾ ਹੈ, ਉਹ ਵੱਡਾ ਹੈ। ਕਹਿੰਦੇ ਨੇ ਜੈਸੇ ਮਾਲਾ ਪੋਇਤ, ਮਾਲਾ ਪਰੋਈ ਗਈ ਤੇ ਕਹਿੰਦੇ ਨੇ ਉਹਦੇ ਵਿੱਚ ਮੇਰੂ ਇੱਕ ਮਣਕਾ ਜਿਹੜਾ ਹੈ ਉਹ ਲਾ ਦਿੱਤਾ। ਕਹਿੰਦੇ ਨੇ ਸਿਮਰਨ ਸੰਖਿਆ ਨਾ ਮੈਂ ਪਾਵਤ ਵਡਾਈ ਕੈ, ਸਿਮਰਨ ਦੀ ਸੰਖਿਆ ਦੇ ਵਿੱਚ, ਸੰਖਿਆ ਤੋਂ ਭਾਵ ਗਿਣਤੀ, ਸਿਮਰਨ ਕਰਨ ਵਾਲੇ ਮਣਕਿਆਂ ਦੀ ਗਿਣਤੀ ਤੋਂ ਉਹ ਬਾਹਰ ਰਿਹਾ, ਉਹਨੂੰ ਵਡਿਆਈ ਨਹੀਂ ਮਿਲ ਸਕੀ, ਉਸ ਮੇਰੂ ਮਣਕੇ ਨੂੰ ਵਡਿਆਈ ਨਹੀਂ ਮਿਲੀ। ਇਵੇਂ ਕਹਿੰਦੇ ਨੇ ਜੈਸੇ ਬਿਰਖਨ ਵਿਖੇ ਪੇਖਿਤ ਸੇਬਲ ਉੱਚੋ, ਜਿਵੇਂ ਜੰਗਲ ਦੇ ਵਿੱਚ ਜਾਈਏ ਬਹੁਤ ਸਾਰੇ ਰੁੱਖ ਹੁੰਦੇ ਨੇ, ਬੜੇ ਦਰਖਤ ਹੁੰਦੇ ਨੇ, ਬਿਰਖ ਹੁੰਦੇ ਨੇ, ਉਹਨਾਂ ਦੇ ਵਿੱਚ ਦਰਖਤਾਂ ਦੇ ਵਿੱਚੋਂ ਇੱਕ ਸੇਬਲ, ਸਿੰਬਲ ਦਾ ਰੁੱਖ ਜਿਹਨੂੰ ਆਖਿਆ ਜਾਂਦਾ ਹੈ। ਆਪਾਂ ਬਾਣੀ ਦੇ ਵਿੱਚ ਸਰਵਣ ਕਰਦੇ ਨਾ, ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ। ਕਹਿੰਦੇ ਨੇ ਸਿੰਬਲ ਦਾ ਰੁੱਖ ਜਿਹੜਾ ਬਹੁਤ ਦੀਰਘ, ਬੜਾ ਉੱਚਾ, ਲੰਮਾ ਚੌੜਾ ਹੁੰਦਾ ਹੈ। ਓਏ ਜੋ ਆਵੇਂ ਆਸ ਕਰ ਜਾਏ ਨਿਰਾਸੇ ਕਿਤ, ਉਹ ਜਿਹੜੇ ਤੋਤੇ ਨੇ, ਫਲ ਖਾਣ ਵਾਲੇ ਪੰਛੀ, ਉਹ ਜਦੋਂ ਉੱਚੇ ਇਸ ਸੋਹਣੇ ਵਧੀਆ ਸਰੀਰਕ ਦਿੱਖ ਵਾਲੇ ਪ੍ਰਭਾਵਸ਼ਾਲੀ ਪੇਟ ਦੇ ਉੱਪਰ ਆਣ ਕੇ ਬੈਠਦੇ ਨੇ ਤੇ ਕਹਿੰਦੇ ਨੇ ਪ੍ਰਭਾਵ ਪਾਉਂਦਾ ਹੈ ਆਪਣਾ ਇਹ ਉੱਚਾ ਹੋਣ ਕਰਕੇ, ਤੇ ਕਹਿੰਦੇ ਨੇ ਉਹ ਤੋਤੇ ਕੀ ਕਰਦੇ ਨੇ, ਇਹਦੇ ਵਿੱਚੋਂ ਚੁੰਝ ਮਾਰਦੇ ਨੇ ਕਿ ਸਾਨੂੰ ਫਲ ਪ੍ਰਾਪਤ ਹੋਵੇਗਾ, ਪਰ ਉਹਦੇ ਵਿੱਚੋਂ ਨਾ ਰਸ ਮਿਲਦਾ ਹੈ, ਨਾ ਉਹਦੇ ਵਿੱਚੋਂ ਉਹਨਾਂ ਨੂੰ ਸੰਤੋਖ ਮਿਲਦਾ ਹੈ, ਨਾ ਸਬਰ, ਨਾ ਭੁੱਖ ਉਹਨਾਂ ਦੀ ਮਿਟਦੀ ਹੈ। ਫੁੱਲ ਫਿੱਕੇ ਫਲ ਬੱਕ ਬੱਕੇ, ਕਹਿੰਦੇ ਨੇ ਜਿਹੜੇ ਫੁੱਲ ਨੇ ਉਹ ਫਿੱਕੇ ਨੇ ਤੇ ਜਿਹੜੇ ਫਲ ਨੇ ਉਹ ਬੱਕ ਬੱਕੇ ਨੇ। ਬੱਕ ਬੱਕੇ ਤੋਂ ਭਾਵ ਖਾਣ ਯੋਗ ਨਹੀਂ ਹੈਗੇ, ਬਿਲਕੁਲ ਵਿਅਰਥ ਨੇ, ਕੰਮ ਨਾ ਆਵੇ ਪੱਤ। ਤੇ ਕਹਿੰਦੇ ਨੇ ਜਾਂ ਤਾਂ ਕਿ ਦਰਖਤ ਦੇ ਅੰਦਰ ਤਿੰਨ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਨੇ, ਫਲ, ਫੁੱਲ ਤੇ ਪੱਤੇ। ਜੇ ਉਹ ਦਰਖਤ ਛੋਟਾ ਹੈ, ਛਾਂ ਨਹੀਂ ਦੇ ਸਕਦਾ, ਤੇ ਜੇ ਉਹਦੇ ਫੁੱਲ ਦੇ ਵਿੱਚੋਂ ਸੁਗੰਧੀ ਹੈ, ਕੁਛ ਨਾ ਕੁਛ ਉਹਦੇ ਵਿੱਚੋਂ ਜ਼ਰੂਰ ਪ੍ਰਾਪਤ ਹੋਇਆ, ਉਹਦੇ ਫੁੱਲਾਂ ਦੇ ਵਿੱਚ ਖੁਸ਼ਬੂ ਹੈ, ਕੁਛ ਨਾ ਕੁਛ ਉਹਨੇ ਆਨੰਦ ਦੇ ਦਿੱਤਾ। ਫਿਰ ਉਸ ਤੋਂ ਅਗਲੀ ਗੱਲ, ਜੇ ਉਹਨੂੰ ਫੁੱਲ ਖੁਸ਼ਬੂਦਾਰ ਨਹੀਂ ਹੈਗੇ ਤੇ ਉਹਨੂੰ ਜਿਹੜਾ ਫਲ ਲੱਗਾ ਹੈ, ਉਹ ਫਲ ਦੇ ਖਾਣ ਦੇ ਨਾਲ ਭੁੱਖ ਮਿਟ ਗਈ, ਫਲ ਦੇ ਵਿੱਚੋਂ ਰਸ ਲਿਆ, ਆਨੰਦ ਆ ਗਿਆ। ਜੇ ਫੁੱਲ ਵੀ ਨਹੀਂ ਹੈ, ਫਲ ਵੀ ਨਹੀਂ ਹੈ, ਫਿਰ ਉਸ ਦਰਖਤ ਦੀ ਜਿਹੜੀ ਛਾਂ ਹੈ, ਉਸ ਛਾਂ ਨੂੰ ਮਾਣਿਆ ਜਾ ਸਕਦਾ ਹੈ, ਉਸ ਛਾਂ ਦੇ ਵਿੱਚੋਂ ਆਨੰਦ ਲਿਆ ਜਾ ਸਕਦਾ ਹੈ। ਤੇ ਕਹਿੰਦੇ ਹੁਣ ਜੇ ਇਹ ਤਿੰਨੇ ਗੁਣ ਦਰਖਤ ਦੇ ਵਿੱਚ ਨਹੀਂ ਹੋਣਗੇ ਤੇ ਉਸ ਦਰਖਤ ਦਾ ਕੀ ਕਰਨਾ ਹੈ, ਉਸ ਦਰਖਤ ਦੇ ਵਿੱਚੋਂ ਕੀ ਲਾਭ ਹੋਇਆ। ਤੇ ਕਹਿੰਦੇ ਨੇ ਇਵੇਂ ਇਹ ਸਿੰਬਲ ਦਾ ਰੁੱਖ ਬੜਾ ਉੱਚਾ ਹੈ, ਫੁੱਲ ਫਿੱਕੇ ਫਲ ਬੱਕ ਬੱਕੇ, ਕੰਮ ਨਾ ਆਵੇ ਪੱਤ। ਤੇ ਅਗਲੀ ਉਦਾਹਰਨ ਜਿਹੜੀ ਉਹਨਾਂ ਦਿੱਤੀ, ਅਗਲਾ ਬਚਨ ਕੀਤੇ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਮਿੱਠਤ ਨੀਵੇਂ ਹੋ ਕੇ ਚੱਲਣਾ, ਗੁਣ ਚੰਗਿਆਈਆਂ, ਕਿਉਂਕਿ ਨੀਵੇਂ ਨੂੰ ਗੁਣ ਸਿਖਾਏ ਜਾਂਦੇ ਨੇ।
ਔਰ ਗੁਣਾਂ ਦੇ ਨਾਲ ਹੀ ਭਗਤੀ ਹੁੰਦੀ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਹਰ ਵੇਲੇ, ਵੈਸੇ ਜਦੋਂ ਸਿੱਖ ਦਾ ਅਰਥ ਕਰੀਏ ਨਾ, ਤੇ ਸਿੱਖ ਦਾ ਅਰਥ ਇਹ ਬਣਦਾ ਹੈ ਵੀ ਹਰ ਵੇਲੇ ਸਿੱਖਿਆ ਲੈਣ ਵਾਲਾ, ਹਰ ਵੇਲੇ ਹਰ ਵਕਤ ਸਿੱਖਿਆ ਲੈਣ ਵਾਲਾ, ਸਿੱਖਿਆਰਥੀ ਵਿਦਿਆਰਥੀ, ਜਿਨੇ ਹਰ ਵੇਲੇ ਸਿੱਖਿਆ ਲੈਣੀ ਤੇ ਸਿੱਖਿਆ ਲੈਣ ਵੇਲੇ ਕਦੀ ਵੀ ਊਚ ਨੀਚ ਨਹੀਂ ਵੇਖੀ ਜਾਂਦੀ, ਜਾਤ ਭਾਵ ਨਹੀਂ ਵੇਖਿਆ ਜਾਂਦਾ, ਇਹ ਨਹੀਂ ਵੇਖਿਆ ਜਾਂਦਾ ਉਹਦੀ ਸ਼ਕਲ ਸੂਰਤ ਕਿਹੋ ਜੀ ਹੈ। ਹਮੇਸ਼ਾ ਗੁਣ ਸਿੱਖਣ ਵਾਸਤੇ ਸਿੱਖਿਆਰਥੀ ਬਣਿਆ ਜਾਂਦਾ ਹੈ। ਤੇ ਉਹਦੇ ਵਿੱਚ ਜੇ ਮਨੁੱਖ ਇਹ ਵੇਖੀ ਜਾਵੇਗਾ ਕਿ ਉਮਰ ਵੱਡੀ ਹੈ, ਉਮਰ ਛੋਟੀ ਹੈ, ਜਿਵੇਂ ਕਿ ਅੱਜ ਸੰਸਾਰ ਦੇ ਵਿੱਚ ਅਸੀਂ ਕਰਦੇ ਹਾਂ, ਕਿਉਂਕਿ ਸਾਨੂੰ ਇਹ ਲੱਗਦਾ ਹੈ, ਮਹਾਰਾਜ ਨੇ ਸਾਨੂੰ ਪਹਿਲਾਂ ਕਿਹਾ ਸੀ ਵੀ ਨਾ ਨਿੰਦਾ ਨਾ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਨਾ ਨਿੰਦਿਆ ਦਾ ਉਹਦੇ ਅੰਦਰ ਕੋਈ ਅੰਸ਼ ਹੋਵੇ ਕਿ ਬੰਦਾ ਨਿੰਦਿਆ ਕਰੇ, ਤੇ ਨਾ ਉਹਨੂੰ ਕੋਈ ਆਪਣੀ ਉਸਤਤ ਕਰਾਉਣ ਦੀ ਖੁਸ਼ਾਮਦ ਹੋਵੇ ਕਿ ਲੋਕ ਮੇਰੀ ਉਸਤਤ ਕਰਨ। ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ, ਅਪਮਾਨਾ, ਕੋਈ ਮਾਣ ਦੇਵੇ ਤਾਂ ਕੋਈ ਫਰਕ ਨਹੀਂ ਪੈਂਦਾ, ਕੋਈ ਅਪਮਾਨ ਕਰਦੇ ਤਾਂ ਕੋਈ ਫਰਕ ਨਾ ਪਵੇ। ਅਜਿਹੇ ਇਨਸਾਨ ਬਹੁਤ ਘੱਟ ਸੰਸਾਰ ਦੇ ਵਿੱਚ ਮਿਲਦੇ ਨੇ। ਤੇ ਜਦੋਂ ਫਿਰ ਅਜਿਹਾ ਇਨਸਾਨ ਬਣ ਜਾਵਾਂਗੇ, ਉਦੋਂ ਫਿਰ ਇਹੋ ਜਿਹੀਆਂ ਗੱਲਾਂ ਵਿਚਾਰਦਾ ਨਹੀਂ ਹੈ ਕਿ ਦੂਜਾ ਬੰਦਾ ਮੇਰੀ ਇੱਜ਼ਤ ਕਰੇ, ਦੂਜਾ ਬੰਦਾ ਮੇਰਾ ਸਤਿਕਾਰ ਕਰੇ। ਉਦੋਂ ਇਹੀ ਆਖਿਆ ਜਾਂਦਾ ਹੈ ਕਿ ਪਰਮਾਤਮਾ ਦੇ ਘਰ ਦੇ ਵਿੱਚ ਬਣ ਜਾਵੇ, ਪਰਮਾਤਮਾ ਦੇ ਨਾਲ ਬਣ ਜਾਵੇ। ਅਸੀਂ ਸੰਸਾਰ ਦੇ ਜੀਵਾਂ ਦੇ ਨਾਲ, ਬੁਰਾ ਨਹੀਂ ਆਖਿਆ ਗਿਆ ਕਿ ਸੰਸਾਰ ਦੇ ਜੀਵਾਂ ਨੂੰ ਮਾੜਾ ਆਖ ਦਿੱਤਾ ਜਿਹਨੇ ਨਾਮ ਜਪਿਆ। ਕਦੀ ਵੀ ਗੁਰਬਾਣੀ ਦੇ ਵਿੱਚ ਵੇਖੋ, ਬਾਬਾ ਕਬੀਰ ਸਾਹਿਬ ਜੀ ਵੀ ਇਹ ਗੱਲ ਸਪਸ਼ਟ ਕਰਦੇ ਨੇ ਵੀ ਹਾਂ, ਲੋਕ ਜੇ ਬੰਦਾ ਨਾਮ ਜਪੇਗਾ, ਜੇ ਬੰਦਾ ਬੰਦਗੀ ਕਰੇਗਾ, ਤੇ ਇਹ ਨਹੀਂ ਕਿ ਸਾਰਾ ਸੰਸਾਰ ਉਹਦੇ ਮੰਗਰ ਲੱਗ ਤੁਰੇਗਾ, ਸਾਰਾ ਸੰਸਾਰ ਹੀ ਉਹਦੀ ਗੱਲ ਨੂੰ ਮੰਨੇਗਾ ਵੀ ਹਾਂ ਇਹ ਬੰਦਗੀ ਕਰਨ ਵਾਲਾ ਹੈ। ਕਬੀਰ ਸਾਹਿਬ ਕਹਿੰਦੇ ਨੇ ਮਨ ਮਾਨੇ ਲੋਗ ਨਾ ਭਤੀਜੈ, ਜੇ ਮਨ ਮੰਨ ਜਾਵੇ ਨਾ ਤੇ ਲੋਕਾਂ ਨੂੰ ਵਿਸ਼ਵਾਸ ਨਹੀਂ ਦਿਵਾਇਆ ਜਾ ਸਕਦਾ। ਪਰ ਜੇ ਅਸੀਂ ਇਸ ਚੱਕਰ ਦੇ ਵਿੱਚ ਪੈ ਜਾਈਏ ਵੀ ਲੋਕਾਂ ਨੂੰ ਮੈਂ ਵਿਸ਼ਵਾਸ ਦਿਵਾਉਣਾ ਹੈ ਵੀ ਹਾਂ ਮੈਂ ਬੰਦਗੀ ਕਰਦਾ ਹਾਂ, ਹਾਂ ਮੈਂ ਸਿਮਰਨ ਕਰਦਾ ਹਾਂ, ਫਿਰ ਤਾਂ ਰੱਬ ਵਿਸਰ ਜਾਏਗਾ, ਫਿਰ ਤਾਂ ਸੰਸਾਰ ਦੀ ਉਸ ਦੀ ਖੁਸ਼ਾਮਦ ਲੈਣ ਵਾਸਤੇ ਬੰਦਾ ਭੱਜ ਦੌੜ ਕਰੇਗਾ, ਰੱਬ ਵਿਸਰ ਜਾਏਗਾ। ਮਨ ਮਾਨੇ ਲੋਗ ਨਾ ਭਤੀਜੇ, ਨਾ ਭਤੀਜੈ ਤਉ ਕਿਆ ਕਿ ਜੇ ਨਹੀਂ ਮੰਨਦੇ ਤਾਂ ਸਾਨੂੰ ਇਸ ਪਾਲੇ ਚਾਰਾ ਨਹੀਂ ਕਰਨਾ ਕਿ ਅਸੀਂ ਸੰਸਾਰ ਦੇ ਜੀਵਾਂ ਨੂੰ ਮਨਾਉਣਾ ਹੈ। ਸਾਡੀ ਜਿਹੜਾ ਦ੍ਰਿਸ਼ਟੀ ਹੈ, ਸਾਡੀ ਜਿਹੜੀ ਮਤ ਬੁੱਧ ਹੈ, ਉਹ ਕੇਵਲ ਪਰਮਾਤਮਾ ਦੇ ਨਾਲ ਜੁੜੀ ਹੋਵੇ, ਕੇਵਲ ਪਰਮਾਤਮਾ ਨੂੰ ਮਨਾਉਣ ਵਾਸਤੇ, ਪਰਮਾਤਮਾ ਦੇ ਨਾਲ ਤਿਉਹਾਰ ਵੇਲੇ ਬੰਦਗੀ ਕਰਨੀ, ਹਰ ਵੇਲੇ ਧਿਆਨ ਪਰਮਾਤਮਾ ਦੇ ਵਿੱਚ ਧਰਨਾ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਹੁਣ ਸਿੰਬਲ ਦਾ ਰੁੱਖ ਬੜਾ ਉੱਚਾ, ਬੜਾ ਉਹ ਲੰਬਾ ਚੌੜਾ ਹੈ, ਤੇ ਕਹਿੰਦੇ ਨੇ ਉਹ ਇੰਨਾ ਹੋਣ ਦੇ ਬਾਵਜੂਦ ਵੀ, ਇੰਨਾ ਉੱਚਾ ਹੋਣ ਦੇ ਬਾਵਜੂਦ ਵੀ ਉਹਦੀ ਕੋਈ ਵਡਿਆਈ ਨਹੀਂ ਮਿਲੀ ਉਹਨੂੰ। ਨਾ ਤਾਂ ਉਹਨੇ ਫਲ ਦਿੱਤੇ, ਨਾ ਉਹਨੇ ਛਾਂ ਦਿੱਤੀ, ਤੇ ਨਾ ਹੀ ਉਹਦੇ ਫੁੱਲਾਂ ਦੇ ਵਿੱਚ ਕੋਈ ਬਹੁਤੀ ਖੁਸ਼ਬੂ ਆਈ। ਫਿਰ ਕਹਿੰਦੇ ਨੇ ਜੈਸੇ ਚੀਲ ਪੰਛੀਆਂ ਵਿਖੇ ਉਡਤ ਆਕਾਸ਼ਚਾਰੀ, ਜਿਵੇਂ ਹੁਣ ਚੀਲ ਹੈ ਪੰਛੀਆਂ ਦੇ ਵਿੱਚੋਂ ਉਹ ਬੜਾ ਉੱਚਾ ਉੱਡਦੀ ਹੈ, ਆਕਾਸ਼ਚਾਰੀ ਭਾਵ ਕਿ ਆਕਾਸ਼ ਦੇ ਵਿੱਚ ਜਾ ਕੇ ਇੰਨੀ ਜ਼ਿਆਦਾ ਉੱਚਾ ਉੱਡਦੀ ਹੈ, ਇੰਨੇ ਜ਼ਿਆਦਾ ਉੱਚਾ ਉੱਡਦੀ ਕਿ ਉਸ ਨੂੰ ਛੇਤੀ ਦੇਖਿਆ ਨਹੀਂ ਜਾ ਸਕਦਾ, ਇੰਨੀ ਜ਼ਿਆਦਾ ਉੱਚੀ ਉੱਡਦੀ ਹੈ, ਉਹ ਬਿਲਕੁਲ ਬਰੀਕ ਹੋ ਜਾਂਦੀ ਹੈ। ਉਹਦਾ ਜਿਹੜਾ ਸਰੀਰ ਹੈ ਉੱਚਾ ਹੋਣ ਦੇ ਕਰ ਛੋਟਾ ਦਿਸਣ ਲੱਗ ਪੈਂਦਾ, ਕਈ ਵਾਰੀ ਦਿਸਦਾ ਵੀ ਨਹੀਂ ਹੈ, ਬਹੁਤ ਉੱਚਾ ਉੱਡਦੀ ਹੈ। ਪਰ ਕਹਿੰਦੇ ਇੰਨਾ ਉੱਚਾ ਉੱਡਣ ਦੇ ਬਾਵਜੂਦ ਵੀ ਕੀ ਉਹਦੇ ਵਿੱਚ ਕੋਈ ਵਡਿਆਈ ਹੈ? ਉੱਡੀ ਤਾਂ ਬਹੁਤ ਉੱਚਾ, ਉਹ ਬੜਾ ਉੱਚਾ ਉੱਡੀ, ਉਹ ਕਿੱਥੇ ਆਕਾਸ਼ ਦੇ ਵਿੱਚ ਪਹੁੰਚ ਗਈ, ਉਹਦਾ ਨਾਮ ਹੀ ਆਕਾਸ਼ਚਾਰੀ ਰੱਖ ਦਿੱਤਾ ਗਿਆ। ਪਰ ਕਹਿੰਦੇ ਨੇ ਉਸ ਉੱਚੀ ਮੱਤ ਦੇ ਉੱਡਣ ਦੇ ਕਾਰਨ ਕੀ ਕੀਤਾ? ਹੇਰੇ ਮ੍ਰਿਤ ਪਿੰਜਨ, ਮ੍ਰਿਤ ਪਿੰਜਨ ਹੋਏ ਪਸ਼ੂ, ਮਰਿਆ ਹੋਇਆ ਸਰੀਰ, ਉਹਨੇ ਨੀਵੀਂ ਸੋਚ ਰੱਖੀ, ਅੱਖਾਂ ਉਹਨੇ ਧਰਤੀ ਵੱਲ ਰੱਖੀਆਂ, ਉਹ ਉੱਚਾ ਉੱਡਣ ਦੇ ਬਾਵਜੂਦ ਵੀ ਉਹ ਧਰਤੀ ਤੇ ਵੇਖਦੀ ਰਹਿੰਦੀ ਹੈ ਕਿ ਕਿੱਥੇ ਕੋਈ ਮ੍ਰਿਤਕ ਸਰੀਰ ਪਿਆ ਹੈ, ਕਿੱਥੇ ਕੋਈ ਪਿੰਜਰ ਪਿਆ ਹੈ ਕੋਈ ਜਾਨਵਰ ਦਾ। ਉਸ
ਜਾਨਵਰ ਦੇ ਪਿੰਜਰ ਦੇ ਉੱਪਰ ਆਣ ਕੇ ਇੰਨਾ ਉੱਚਾ ਉੱਡਣ ਦੇ ਬਾਵਜੂਦ ਵੀ ਕਹਿੰਦੇ ਉਹਦਾ ਧਿਆਨ ਪਿੰਜਰ ਦੇ ਵਿੱਚ ਹੈ, ਉਸ ਮਾਸ ਦੇ ਵਿੱਚ ਹੈ, ਪਰ ਉਹਦਾ ਉੱਚਾ ਉੱਡਿਆ ਹੋਇਆ, ਇੰਨਾ ਜ਼ਿਆਦਾ ਉੱਚਾ ਉੱਡਿਆ ਹੋਇਆ ਉਹ ਲਾਭਦਾਇਕ ਹੋ ਸਕਿਆ, ਕੁਝ ਫਲਦਾਇਕ ਹੋ ਸਕਿਆ ਨਹੀਂ। ਕਹਿੰਦੇ ਨੇ ਉਹਦਾ ਧਿਆਨ ਤਾਂ ਉਹਦੇ ਪਿੰਜਰਾਂ ਵੱਲ ਹੀ ਰਿਹਾ ਨਾ, ਮ੍ਰਿਤਕ ਸਰੀਰਾਂ ਵੱਲ ਹੀ ਰਿਹਾ। ਇਵੇਂ ਕਹਿੰਦੇ ਨੇ ਗੁਰੂ ਦੇ ਉਪਦੇਸ਼ ਤੋਂ ਬਿਨਾ ਭਾਵੇਂ ਗਾਇਬੋ ਬਜਾਈਬੋ ਸੁਣਾਈਬੋ ਨਾ ਕੱਛ ਤੈਸੇ, ਉਸ ਬੰਦੇ ਨੂੰ ਜਿਵੇਂ ਮਹਾਰਾਜ ਕਹਿੰਦੇ ਨੇ ਨਾ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਰੋਲ ਕਚੋਲਾ। ਅੰਨਾ ਤੇ ਬੋਲਾ ਇਹ ਬਹੁਤ, ਜਿਹਨੂੰ ਇਹ ਰੱਬ ਦੇ ਸ਼ੁਕਰਾਨਾ ਕਰਿਆ ਕਰੀਏ, ਰੱਬ ਨੇ ਸਾਨੂੰ ਸਾਰੀਆਂ ਸਰੀਰਕ ਇੰਦਰੀਆਂ ਪੂਰੀਆਂ ਦਿੱਤੀਆਂ ਨੇ। ਚਲੋ ਜੇ ਬੰਦੇ ਦੇ ਕੋਲ ਨੇਤਰ ਨਹੀਂ ਹਨ ਤੇ ਉਹਦੇ ਕੋਲ ਕੰਨ ਹੋਣਗੇ, ਕੰਨਾਂ ਦੇ ਰਾਹੀਂ ਉਹ ਬੰਦਾ ਸੁਣ ਸਕਦਾ ਹੈ ਤੇ ਥੋੜੀ ਜੀ ਸੂਝ ਜਿਹੜੀ ਹੈ ਉਹਨੂੰ ਪੈ ਸਕਦੀ ਹੈ, ਥੋੜੀ ਜੀ ਸਮਝ ਉਹਨੂੰ ਹੋ ਸਕਦੀ ਹੈ ਵੀ ਕੰਨਾਂ ਨਾਲ ਸੁਣ ਕੇ ਬੰਦਾ ਆਉਣ ਵਾਲੇ ਸਾਹਮਣੇ ਟੋਏ ਟਿੱਬੇ ਤੋਂ ਸਾਵਧਾਨ ਹੋ ਜਾਵੇ, ਸੁਚੇਤ ਹੋ ਜਾਵੇ। ਤੇ ਇੱਕ ਮਨੁੱਖ ਦੇ ਕੋਲ ਨੇਤਰ ਵੀ ਨਹੀਂ ਹਨ, ਸੁਣਦਾ ਵੀ, ਉਹਨੂੰ ਸੁਣਦਾ ਵੀ ਨਹੀਂ ਹੈ, ਨੇਤਰ ਵੀ ਨਹੀਂ ਹਨ, ਦੇਖਣ ਵਾਲੀਆਂ ਅੱਖਾਂ ਵੀ ਨਹੀਂ ਨੇ ਹਨ, ਤੇ ਕੰਨਾਂ ਤੋਂ ਸੁਣਾਈ ਵੀ ਨਹੀਂ ਦਿੰਦਾ। ਸੋ ਅਜਿਹੇ ਬੰਦੇ ਦੀ ਹਾਲਤ ਅਸੀਂ ਆਪ ਵੇਖੀਏ ਕਿਵੇਂ ਦੀ ਹੋ ਸਕਦੀ ਹੈ, ਕਿਵੇਂ ਦੀ ਹੋ ਸਕਦੀ। ਉਹ ਕਿੱਧਰ ਨੂੰ ਮਰਜ਼ੀ ਜਾ ਸਕਦਾ ਹੈ, ਉਹਨੂੰ ਭਾਵੇਂ ਆਵਾਜ਼ਾਂ ਮਾਰੀਏ ਆਵਾਜ਼ ਨਹੀਂ ਸੁਣੇਗੀ ਤਾਂ ਵੀ ਉਹ ਖੂਹ ਦੇ ਵਿੱਚ ਜਾ ਕੇ, ਕਿਸੇ ਟੋਏ ਦੇ ਵਿੱਚ ਜਾ ਕੇ ਡਿੱਗੇਗਾ। ਤੇ ਜੇ ਉਹਨੂੰ ਨੇਤਰ ਨਹੀਂ ਹਨ, ਦੋਵੇਂ ਹੀ ਨਹੀਂ ਸਨ, ਤਾਂ ਉਹ ਅਜਿਹੇ ਹਾਲਤ ਆਪਾਂ ਸੰਸਾਰ ਦੇ ਜੀਵ ਦੀ ਉਸ ਦੀ ਕਿਹੋ ਜਿਹੀ ਵੇਖਾਂਗੇ ਕਿ ਉਹਦੇ ਲਈ ਭਾਵੇਂ ਲੱਤਾਂ ਉਹਦੀਆਂ ਸਹੀ ਸਲਾਮਤ ਨੇ, ਹੱਥ ਉਹਦੇ ਸਹੀ ਸਲਾਮਤ ਨੇ, ਦੋ ਜਿਹੜੇ ਹੁਣ ਕਰਕੇ ਦੋ ਅੱਖਾਂ ਦੋ ਕੰਨ ਨਹੀਂ ਹਨ, ਕਿ ਉਹਦੇ ਲਈ ਉਹਦਾ ਸੰਸਾਰ ਹੀ ਉਜੜ ਗਿਆ, ਕੁਛ ਨਾ ਪ੍ਰਾਪਤ ਹੋਇਆ ਉਹਨੂੰ। ਕਿਉਂਕਿ ਜੇ ਨੇਤਰ ਨਹੀਂ ਹਨ, ਬੰਦਾ ਕੰਨਾਂ ਤੋਂ ਸੁਣ ਲਏਗਾ, ਤੇ ਜੇ ਕੰਨਾਂ ਤੋਂ ਵੀ ਨਹੀਂ ਸੁਣਨ ਜੋਗਾ, ਅੱਖਾਂ ਤੋਂ ਵੀ ਨਹੀਂ ਵੇਖਣ ਜੋਗਾ, ਤੇ ਐਡਾ ਵੱਡਾ ਸਰੀਰ ਭਾਵੇਂ ਕਿੰਨਾ ਮਰਜ਼ੀ ਸੁਪਨ ਲਈ ਫਿਰੇ, ਉਹਦਾ ਉਹ ਵਿਅਰਥ ਚਲਾ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਸੰਸਾਰ ਦਾ ਜੀਵ ਹੈ ਨਾ, ਇਹ ਦੋਵਾਂ ਪਾਸਿਆਂ ਤੋਂ ਐਵੇਂ ਹੋਇਆ ਪਿਆ ਹੈ ਕਿ ਇਹਨੂੰ ਸ਼ਬਦ ਨਹੀਂ ਸੁਣਦਾ, ਗੁਰਬਾਣੀ ਦੀ ਸੋਝੀ ਨਹੀਂ ਇਹਨੂੰ ਹੋ ਰਹੀ, ਮਾਇਆ ਦੇ ਵਿੱਚ ਇੰਨਾ ਜ਼ਿਆਦਾ ਅੰਨਾ ਹੋ ਗਿਆ ਤੇ ਬੋਲਾ ਹੋ ਗਿਆ, ਸ਼ਬਦ ਸੁਣਦਾ ਹੀ ਨਹੀਂ ਇਹਨੂੰ। ਇਹਦੇ ਵਾਸਤੇ ਕੇਵਲ ਸ਼ਬਦ ਰੋਲ ਘਚੋਲਾ ਹੀ ਹੈ, ਇੱਕ ਸ਼ਬਦ ਜਿਹੜਾ ਇੱਕ ਰੌਲਾ ਰੱਪਾ ਹੈ, ਸ਼ਬਦ ਨਾ ਸੁਣੀ ਬਾ ਰੋਲ ਘਚੋਲਾ। ਮਾਇਆ ਧਾਰੀ ਅਤ ਅੰਨਾ ਬੋਲਾ, ਗੱਲ ਪੈਸੇ ਦੀ ਨਹੀਂ ਹੋ ਰਹੀ ਕਿ ਮਾਇਆ ਜਿਹਦੇ ਕੋਲ ਹੋਵੇ, ਮਾਇਆ ਧਾਰੀ ਕਾਮ ਕ੍ਰੋਧ ਵਾਲਾ ਬੰਦਾ ਵੀ ਮਾਇਆ ਧਾਰੀ ਹੈ, ਅਹੰਕਾਰ ਵਾਲਾ ਬੰਦਾ ਵੀ ਮਾਇਆ ਧਾਰੀ ਹੈ। ਹੁਣ ਵੇਖੋ ਨਾ, ਜਿਹੜਾ ਬੰਦਾ ਇਸ ਸਾਡਾ ਸਾਰੇ ਸੰਸਾਰ ਦੇ ਜੀਵਾਂ ਦਾ ਇਹੋ ਜ਼ੋਰ ਲੱਗਾ ਰਿਹਾ ਹੈ, ਸਾਰੇ ਹੀ ਤਕਰੀਬਨ ਕੋਈ ਰੱਬ ਦਾ ਪਿਆਰਾ ਹੋਏਗਾ ਜਿਹੜਾ ਆਖੇਗਾ ਕਿ ਨਹੀਂ ਸਰਬੱਤ ਦਾ ਭਲਾ ਮੰਗਣਾ, ਸਾਡਾ ਉੱਠਦਿਆਂ ਸਾਰ ਹੀ ਇਹ ਜ਼ੋਰ ਲੱਗਾ ਪਿਆ ਵੀ ਸਾਡਾ ਗੁੱਸਾ ਬੜਾ ਭੈੜਾ ਹੈ। ਅਸੀਂ ਸਾਰੇ ਘਰ ਘਰ ਆਪ ਹੀ ਦੱਸਦੇ ਫਿਰਦੇ ਹਾਂ, ਆਪ ਹੀ ਦੱਸਦੇ ਨੇ ਸਾਡਾ ਗੁੱਸਾ ਬਹੁਤ ਭੈੜਾ ਹੈ ਜੀ, ਸਾਡੇ ਤੋਂ ਗੁੱਸਾ ਕੰਟਰੋਲ ਨਹੀਂ ਹੁੰਦਾ। ਇਹ ਕਿਉਂ ਦੱਸਦੇ ਪਏ ਅਸੀਂ ਲੋਕਾਂ ਨੂੰ ਵਿਖਾਉਣਾ ਚਾਹੁੰਦੇ ਹਾਂ ਕਿ ਸਾਡੇ ਸਰੀਰ ਦਾ ਗੁੱਸਾ ਬਹੁਤ ਖਤਰਨਾਕ ਹੈ ਜੀ, ਸਾਡੇ ਸਰੀਰ ਦੇ ਵਿੱਚ ਬੜਾ ਗੁੱਸਾ ਭਰਿਆ ਹੋਇਆ ਹੈ ਜੀ। ਪਰ ਮਹਾਰਾਜ ਕਹਿੰਦੇ ਨੇ ਇਹ ਗੁੱਸੇ ਦਾ ਇਸਤੇਮਾਲ ਕਰਨਾ ਉਹਦੇ ਮਨ ਨੂੰ ਕਾਬੂ ਕਰਨ ਵਾਸਤੇ। ਇਸ ਗੁੱਸੇ ਨੂੰ ਕਦੇ ਆਪਣੇ ਮਨ ਕ੍ਰੋਧ ਰੇ ਆਖਿਆ ਵੀ ਕਾਮ ਤੂੰ ਕਿਉਂ ਕਰਦਾ ਹੈ, ਕ੍ਰੋਧ ਕਿਉਂ ਕਰਦਾ ਹੈ, ਆਪਣੇ ਮਨ ਨੂੰ ਸਮਝਾਇਆ ਕਦੇ? ਆਪਣੇ ਆਪ ਨੂੰ ਕਦੇ ਕੋਸਿਆ ਹੀ ਵੀ ਬੰਦਿਆ ਵੇਖ ਕਿੰਨੀ ਉਮਰ ਅਜਾਈ ਗਵਾ ਲਈ ਹੈ। ਇਸ ਮਨ ਦੇ ਉੱਪਰ ਕ੍ਰੋਧ ਕਰ, ਮਨ ਦੇ ਉੱਪਰ ਆਪਣੇ ਆਪ ਤੇ ਗੁੱਸਾ ਕਰ, ਆਪਣੇ ਗਰੀਬਾਨ ਮੇ ਸਿਰ ਨੀਵਾ ਕਰ। ਵੇਖ ਜਦੋਂ ਵੇਖੇਗਾ ਨਾ ਫਿਰ ਤੈਨੂੰ ਅਨੇਕਾਂ ਹੀ ਔਗਣ ਇਹਦੇ ਅੰਦਰ ਦਿਸਣਗੇ। ਜਦੋਂ ਬੰਦੇ ਅੰਦਰ ਔਗਣ ਆ ਜਾਣ, ਬੰਦੇ ਨੂੰ ਔਗਣ ਦਿਸਣ ਲੱਗ ਪੈਣ, ਫਿਰ ਉੱਥੇ ਬੰਦਾ ਗੁੱਸਾ ਨਹੀਂ ਕਰਦਾ, ਉੱਥੇ ਬੰਦਾ ਫਿਰ ਆਪਣੇ ਔਗਣਾਂ ਨੂੰ ਛਪਾਉਣ ਪਿੱਛੇ ਲੱਗ ਪੈਂਦਾ ਵੀ ਮੈਂ ਇਹਨਾਂ ਨੂੰ ਢੱਕ ਲਵਾਂ, ਹੁਣ ਮੈਂ ਇਹਨਾਂ ਨੂੰ ਔਗਣਾਂ ਨੂੰ ਹੁਣ ਢੱਕ ਲਵਾਂ, ਇਹਨਾਂ ਔਗਣਾਂ ਦੇ ਤੇ ਪਰਦਾ ਪਾ ਲਵਾਂ। ਤੇ ਫਿਰ ਜਦੋਂ ਪਰਦੇ ਪਾਉਣ ਲੱਗ ਪਵੇ ਉਹਨੂੰ ਦੂਜਾ ਬੰਦਾ ਨਹੀਂ ਦਿਸਦਾ, ਫਿਰ ਆਪਣੇ ਔਗਣ ਦਿਸਦੇ ਨੇ, ਤੇ ਉਹਨਾਂ ਔਗਣਾਂ ਨੂੰ ਢੱਕਣ ਵਾਸਤੇ ਫਿਰ ਗੁਰੂ ਅੱਗੇ ਅਰਦਾਸਾਂ ਕਰਦਾ ਹੈ। ਉਹ ਅਰਦਾਸਾਂ ਆਪਾਂ ਕਿਹੋ ਹਰ ਵੇਲੇ ਜਦੋਂ ਅਰਮਾਲਾ ਸਾਹਿਬ ਚੜਾਉਣੇ ਆ ਉਦੋਂ ਆਪਾਂ ਕਹਿੰਦੇ ਨਹੀਂ ਆ ਕਿ ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ ਢੱਕਣ ਕੋ ਪਤ ਮੇਰੀ। ਆਪਾਂ ਰੁਮਾਲਾ ਸਾਹਿਬ ਗੁਰੂ ਸਾਹਿਬ ਜੀ ਨੂੰ ਦੇਖ ਕੇ ਆਦੇ ਨੇ ਮਹਾਰਾਜ ਅਸੀਂ ਤੇਰੀ ਪੱਤ ਢੱਕ ਲਈ।
ਉਦੋਂ ਪੜ੍ਹਦੇ ਆ ਸ਼ਬਦ, ਠੀਕ ਹੈ, ਸ਼ਬਦ ਕਿਸੇ ਵੇਲੇ ਵੀ ਪੜ੍ਹਿਆ ਜਾ ਸਕਦਾ ਹੈ, ਪਰ ਉਸ ਸ਼ਬਦ ਨੂੰ ਪੜ੍ਹਿਆ ਕਿਸ ਚੀਜ਼ ਦੇ ਨਾਲ ਜੋੜ ਕੇ ਜਾਂਦਾ ਹੈ, ਕਿਹਦੇ ਵਾਸਤੇ ਪੜ੍ਹਿਆ ਜਾ ਰਿਹਾ, ਇਹ ਸਾਨੂੰ ਨਹੀਂ ਪਤਾ। ਰਮਾਲਾ ਸਾਹਿਬ ਦੇਣ ਲੱਗਿਆ ਆਪਾਂ ਆਖਦੇ ਹਾਂ, ਪ੍ਰੇਮ ਪਟੋਲਾ ਤੈਂ ਸ਼ੈ ਦਿੱਤਾ ਢੱਕਣ ਕੋ ਪਤ ਮੇਰੀ। ਪਦ ਇਹਦਾ ਅਰਥ ਇਹ ਹੈ ਕਿ ਪ੍ਰਮਾਤਮਾ ਨੇ ਆਪਣੇ ਨਾਮ ਬਾਣੀ ਦਾ ਅਭਿਆਸ, ਪ੍ਰਮਾਤਮਾ ਨੇ ਆਪਣੀ ਨਾਮ ਦੀ ਦਾਤ ਬਖਸ਼ ਕੇ ਮੇਰੇ ਔਗਣਾਂ ਨੂੰ ਢੱਕ ਲਿਆ, ਮੇਰੇ ਕੀਤੇ ਔਗਣਾਂ ਨੂੰ, ਮੰਦ ਕਰਮਾਂ ਨੂੰ ਢੱਕ ਲਿਆ। ਪ੍ਰੇਮ ਪਟੋਲਾ ਤੈਂ ਸ਼ੈ ਦਿੱਤਾ, ਤੈਂ ਪ੍ਰਮਾਤਮਾ ਤੁਸੀਂ ਦਿੱਤਾ, ਸ਼ੈ ਦਾ ਅਰਥ ਹੈ ਪ੍ਰਮਾਤਮਾ। ਢੱਕਣ ਕੋ ਪਤ ਮੇਰੀ, ਮੇਰੀ ਪਤ ਢੱਕਣ ਵਾਸਤੇ, ਮੇਰੇ ਔਗਣਾਂ ਨੂੰ ਢੱਕਣ ਵਾਸਤੇ, ਛਪਾਉਣ ਵਾਸਤੇ। ਸੋ ਅਜਿਹਾ ਬੰਦਾ ਕਦੀ ਵੀ ਨਹੀਂ ਆਖੇਗਾ ਵੀ ਮੇਰਾ ਗੁੱਸਾ ਬਹੁਤ ਪੈੜਾ ਹੈ, ਜਦੋਂ ਸਾਡੇ ਆਪਣੇ ਔਗਣ ਦਿਸਣ ਲੱਗ ਪੈਣ। ਇਸ ਕਰਕੇ ਆਪਣੇ ਆਪ ਨੂੰ ਕੋਸ, ਆਪਣੇ ਆਪ ਨੂੰ ਵੇਖ। ਜਦੋਂ ਆਪਣੇ ਆਪ ਨੂੰ ਦੇਖੇਗਾ, ਤੇਰੇ ਅੰਦਰ ਵੀ ਉਹ ਸਿੰਬਲ ਵਾਂਗੂ ਉਚਾਈ ਹੋਏਗੀ, ਤੇਰੇ ਅੰਦਰ ਵੀ ਉਸ ਸਿੰਬਲ ਦੇ ਰੁੱਖ ਵਾਂਗੂ ਹੋਏਗਾ ਕਿ ਬੜਾ ਹੈ ਤਾਂ ਉੱਚਾ ਲੰਮਾ ਹੈ, ਬੜਾ ਆਪਣੇ ਆਪ ਦੇ ਵਿੱਚ ਵਿਖਾਵਾ ਕਰਨ ਵਾਲਾ ਬੰਦਾ, ਪਰ ਨਾ ਫੁੱਲ ਕੰਮ ਆਏ, ਨਾ ਫਲ ਕੰਮ ਆਇਆ, ਨਾ ਕਿਸੇ ਦੂਜੇ ਦੀ ਛਾਂ ਹੋਈ, ਭਾਵ ਕਿ ਨਾ ਤਾਂ ਉਹਦੇ ਅੰਦਰ ਸਬਰ ਹੈ, ਨਾ ਸੰਤੋਖ ਹੈ, ਨਾ ਹੀ ਪਰਉਪਕਾਰ ਹੈ, ਨਾ ਹੀ ਕਿਸੇ ਦਾ ਭਲਾ ਕਰਨ ਦੀ ਸ਼ਮਤਾ ਹੈ। ਕਹਿੰਦੇ ਨੇ, ਸਤ ਕਹੋ ਸੁਨ ਮਰ ਮੇਰੇ ਸ਼ਰਨ ਪਰੋ ਹਰ ਰਾਏ, ਉਕਤ ਸਿਆਣਪ ਸਗਲ ਤਿਆਗ। ਜਿਹੜੀਆਂ ਸਿਆਣਪਾਂ ਨੇ ਉਹ ਤਿਆਗ ਦੇ ਖਤਮ ਕਰ ਦੇ। ਉਦੋਂ ਕੀ ਕਰੇਗਾ, ਜਦੋਂ ਨਾਨਕ ਲਏ ਸਮਾਏ, ਫਿਰ ਤੈਨੂੰ ਪ੍ਰਮਾਤਮਾ ਆਪਣੇ ਵਿੱਚ ਸਮਾ ਲਵੇਗਾ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਕੇ ਪਵਿੱਤਰ ਹੋ ਜਾਂਦਾ ਨਾ, ਇਸ ਤਰੀਕੇ ਦੇ ਨਾਲ ਅਸੀਂ ਪਤਤ ਹਾਂ, ਤੇ ਸਾਨੂੰ ਪਤਤਾਂ ਨੂੰ ਗੁਰੂ ਜਦੋਂ ਮਿਲ ਪੈਂਦਾ ਹੈ, ਗੁਰੂ ਜਦੋਂ ਨਾਮ ਦੀ ਦਾਤ ਬਖਸ਼ਿਸ਼ ਕਰਦਾ, ਫਿਰ ਅਸੀਂ ਪਾਵਨ ਹੋ ਜਾਂਦੇ ਹਾਂ, ਉਦੋਂ ਅਸੀਂ ਪਵਿੱਤਰ ਹੋ ਜਾਂਦੇ ਹਾਂ। ਤਾਂ ਹੀ ਤਾਂ ਅਸੀਂ ਮਹਾਰਾਜ ਨੂੰ ਕਹਿੰਦੇ ਪਤਿਤ ਪਾਵਨ, ਭਾਵ ਕਿ ਸਾਨੂੰ ਪਤਤਾਂ ਨੂੰ ਪਵਿੱਤਰ ਕਰਨ ਵਾਲੇ, ਮਲੀਨਾਂ ਨੂੰ ਪਵਿੱਤਰ ਕਰਨ ਵਾਲੇ। ਮਹਾਰਾਜ ਕਹਿੰਦੇ, ਸੱਸਾ ਸਿਆਣਪ ਛਾੜ ਇਆਨਾ। ਇਆਨਾ ਤੋਂ ਭਾਵ ਹੁੰਦਾ ਹੈ ਅਣਜਾਣ ਮਨੁੱਖ, ਅਣਜਾਣਪੁਣਾ, ਭੋਲਾਪਨ ਨਹੀਂ, ਅਣਜਾਣਪੁਣਾ ਕਿ ਕੀ ਹੋਏਗਾ। ਇੱਕ ਹੁੰਦਾ ਬਿਲਕੁਲ ਭੋਲਾਪਨ, ਇੱਕ ਹੁੰਦਾ ਅਣਜਾਣਪੁਣਾ, ਜਾਣਦਿਆਂ ਹੋਇਆਂ ਵੀ ਅਣਜਾਣ ਜੇ ਬਣ ਜਾਣਾ। ਪਤਾ ਹੋਵੇ ਫਿਰ ਵੀ, ਜਿਵੇਂ ਗੁਰਬਾਣੀ ਕਹਿੰਦੀ ਨੇ, ਪੜਿਆ ਹੋਵੇ ਗੁਨੇਗਾਰ ਤਾਂ ਓਮੀ ਸਾਧ ਨਾ ਮਾਰੀਏ। ਜੇ ਪੜ੍ਹ ਲਿਖ ਕੇ ਬੰਦਾ ਔਗਣ ਕਰਦਾ ਏ, ਤੇ ਕਹਿੰਦੇ ਨੇ ਫਿਰ ਜਿਹੜਾ ਗਿਆਨਹੀਨ ਹੈ, ਜਿਹਦੇ ਕੋਲ ਕੁਝ ਗਿਆਨ ਦੀਆਂ ਗੱਲਾਂ ਨਹੀਂ ਹਨ, ਉਹਨੂੰ ਡਰਨ ਦੀ ਲੋੜ ਨਹੀਂ ਹੈ। ਕਿਉਂਕਿ ਗੁਰਬਾਣੀ ਨੇ ਸਪਸ਼ਟ ਕੀਤਾ ਹੈ, ਪੜਿਆ ਅਨਪੜਿਆ ਪਰਮਗਤ ਪਾਵੇ। ਜੇ ਪੜ੍ਹੇ ਲਿਖੇ ਹੋ ਕੇ ਪਰਉਪਕਾਰ ਨਾ ਕੀਤਾ, ਭਲਾ ਨਾ ਕੀਤਾ, ਕਿਉਂਕਿ ਗੁਰਬਾਣੀ ਦਾ ਸ਼ਬਦ ਹੈ ਨਾ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਵੀ ਜਿਹੜੇ ਬੰਦੇ ਨੇ ਵਿਦਿਆ ਵਿਚਾਰ ਲਈ, ਉਹਨੇ ਪਰਉਪਕਾਰ ਕੀਤਾ, ਉਹਨੇ ਦੂਜੇ ਦਾ ਭਲਾ ਕੀਤਾ। ਉਹਨੇ ਕਿਹਾ ਵੀ ਆ ਭਾਈ ਤੈਨੂੰ ਗੂਠਾ ਲਾਉਣਾ ਆਉਂਦਾ ਹੈ, ਪਰ ਤੈਨੂੰ ਇਹ ਨਹੀਂ ਪਤਾ ਵੀ ਉੱਪਰ ਜਿਹੜਾ ਲਿਖਿਆ ਹੈ ਉਹ ਤੇਰੇ ਲਈ ਹਾਨੀਕਾਰਕ ਹੈ ਜਾਂ ਤੇਰੇ ਲਈ ਲਾਭਦਾਇਕ ਹੈ, ਜਾਂ ਤੈਨੂੰ ਮਾੜਾ ਬੰਦਾ ਕਹਿਣ ਵਾਸਤੇ ਕਰਿਆ ਜਾ ਰਿਹਾ, ਜਾਂ ਤੈਨੂੰ ਹਰਾਉਣ ਵਾਸਤੇ ਕੀਤਾ ਜਾ ਰਿਹਾ। ਜੇ ਉਹ ਪੜ੍ਹੇ ਲਿਖੇ ਨੇ ਕੀ ਕੀਤਾ, ਪੜ੍ਹੇ ਲਿਖੇ ਨੇ ਉੱਤੇ ਕੁਝ ਲਿਖ ਦਿੱਤਾ, ਤੇ ਇੱਕ ਅਨਪੜ੍ਹ ਦੇ ਕੋਲੋਂ ਉਹ ਅੰਗੂਠਾ ਲਵਾ ਲਿਆ, ਅੰਗੂਠਾ ਲਵਾ ਲਿਆ। ਤੇ ਅੱਜ ਜਿਸ ਤਰ੍ਹਾਂ ਧੀਆਂ ਪੁੱਤਰ ਕਰਦੇ ਨੇ, ਮਾੜੀ ਸੋਚ ਵਾਲੇ ਬੱਚੇ ਕਰਦੇ ਨੇ, ਕਿ ਉਹ ਮਾਂ ਪਿਓ ਦੇ ਕੋਲੋਂ ਜੇ ਲਿਖਾਣ ਲਈ ਪਹਿਲਾਂ ਲਿਖ ਲਿਆ, ਕੁਝ ਪੜ੍ਹ ਲਿਖ ਕੇ ਜਿਨ੍ਹਾਂ ਨੇ ਪੜ੍ਹਾਇਆ ਉਹਨਾਂ ਨੂੰ ਭੁੱਲ ਗਏ। ਉਹਨਾਂ ਨੇ ਕਿਹਾ ਵੀ ਬਾਪੂ ਇੱਥੇ ਅੰਗੂਠਾ ਲਾ ਦੇ, ਪ੍ਰਾਪਰਟੀ ਸਾਰੀ ਆਪਦੇ ਨਾਮ ਕਰਾ ਲਈ। ਮੁੜ ਕੇ ਬਾਪੂ ਨੂੰ ਸਾਡਾ ਇਹ ਬਿਰਧ ਆਸ਼ਰਮ ਦੇ ਵਿੱਚ, ਮਾਤਾ ਦਾ ਆਸ਼ਰਮ ਦੇ ਵਿੱਚ। ਸੋ ਉਸ ਪੜ੍ਹੇ ਲਿਖੇ ਬੱਚੇ ਦਾ ਕੀ ਲਾਭ ਹੋਇਆ, ਜਦੋਂ ਕਿ ਉਹਨਾਂ ਨੇ ਸਿਖਾਉਣਾ ਸੀ, ਆਪਣੀ ਮਾਂ ਨੂੰ ਸਿਖਾਉਣਾ ਸੀ। ਪਹਿਲਾਂ ਮਾਂ ਨੇ ਪੜ੍ਹਾਇਆ, ਤੇ ਬੱਚੇ ਦਾ ਫਰਜ਼ ਫਿਰ ਮਾਂ ਨੂੰ ਵੀ ਕੁਝ ਸਿਖਾ ਦੇਵੇ, ਪਿਤਾ ਨੂੰ ਕੁਝ ਸਿਖਾਵੇ ਵੀ ਅੱਖਰਾਂ ਦੇ ਵਿੱਚ ਇਹ ਲਿਖਿਆ ਹੋਇਆ ਹੈ। ਜਿਹੜੀਆਂ ਮੈਂ ਕਿਤਾਬਾਂ ਪੜ੍ਹੀਆਂ ਨੇ, ਉਹਨਾਂ ਕਿਤਾਬਾਂ ਦੇ ਵਿੱਚ ਲਾਲਚੀ ਕੁੱਤੇ ਦੀ ਕਹਾਣੀ ਲਿਖੀ ਹੋਈ ਹੈ, ਪਰ ਬਾਪੂ ਪੜ੍ਹੀ ਤਾਂ ਮੈਂ ਲਾਲਚੀ ਕੁੱਤੇ ਵਾਲੀ ਕਹਾਣੀ, ਪਰ ਰਿਸ਼ਵਤ ਲੈਣ ਵਾਲੀ ਆਦਤ ਮੇਰੇ ਅੰਦਰੋਂ ਗਈ ਨਹੀਂ ਅਜੇ। ਪੜ੍ਹ ਤਾਂ ਲਈ ਮੈਂ, ਪਹਿਲੀ ਜਮਾਤ ਤੋਂ ਲੈ ਕੇ ਜਿੰਨੀਆਂ ਜਮਾਤਾਂ ਆਈਆਂ, ਕਿਧਰੇ ਨਾ ਕਿਧਰੇ ਲਾਲਚੀ ਕੁੱਕਰ ਵਾਲੀ ਕਹਾਣੀ ਫੇਰ ਘੁੰਮ ਕੇ ਆ ਜਾਂਦੀ ਰਹੀ, ਪਰ ਮੈਂ ਉਸ ਲਾਲਚੀ ਕੁੱਕਰ ਵਾਲੀ ਕਹਾਣੀ ਪੜ੍ਹਦਾ ਵੀ ਰਿਹਾ, ਸੁਣਾਉਂਦਾ ਵੀ ਰਿਹਾ,
पर अज मेरे हाथ दे विच पेन है, मैं कुर्सी दे उपर बैठा है, पर उस कुर्सी दे उत्ते बह के भी मेरे अंदरों रिश्वत लैण वाली भावना नहीं गई, ते रिश्वत लैके भी मेरा ढिड नहीं भरिया। अज मैं तेनू कह देना भी मैं तेनू भी नहीं पाल सकदा, मां मैं तेनू रोटी नहीं दे सकदा, मेरे घर दे विच ये पिता जी तुहानू कोई जगह नहीं, तुहानू मैं बिरध आश्रमां दे ते छड्ड आउणा है, बिरध आश्रमां दे विच छड्ड आउणा है। हुण तां लोग सियाणे हो गए, कईयां दे अजे भी मूर्ख मत अजिही है। बड़ा पहला समा कई वारी सुनिया कि लोग की करते सी, जदों बजुर्ग हो जाते सीगे लोग, जदों बच्चे माँ प्यो बजुर्ग हो जाना ना ते उन्होंने संभाल ना करनी ते बेचारे बजुर्गां ने रोडां दे उपर तुरे फिरना, फिर बजुर्ग अवस्था दे विच दिसना भी बंद हो जाता है, सुनना भी थोड़ा घट हो जाता है, ते किसी गड्डी मोटर ने आण के सैड मार देनी, किसी ट्रक ने आण के सैड मार देनी, ते जदों सैड वजनी ना तो उन्हां लोकां ने की करना, ਇਹੋ ਜਿਹਾ ਬਿਜ਼ਨਸ ਬਣਾ ਲਿਆ। ਉਹਨਾਂ ਲੋਕਾਂ ਨੇ ਆਖਣਾ ਸਾਡਾ ਬਾਪੂ 30 ਲੱਖ ਰੁਪਏ ਦਾ ਸੀ, ਸਾਡਾ ਬਾਪੂ 15 ਲੱਖ ਰੁਪਏ ਦਾ ਸੀ, ਅਸੀਂ ਫੈਸਲਾ ਤਾਂ ਕਰਾਂਗੇ, ਅਸੀਂ ਸਮਝੌਤਾ ਤਾਂ ਕਰਾਂਗੇ ਸਾਨੂੰ 15 ਲੱਖ ਮਿਲੇ, ਸਾਨੂੰ 5 ਲੱਖ ਮਿਲੇ। ਜਿਹੜੇ ਬਾਪੂ ਨੂੰ ਕਦੀ ਰੋਟੀ ਨਹੀਂ ਖਵਾਈ, ਉਸ ਬਾਪੂ ਦੀ ਮਰੇ ਪਏ ਦੇ ਸਰੀਰ ਦੀ ਵੀ ਕੀਮਤ ਚੁੱਕ ਲਈ। ਸਾਡਾ ਬਾਪੂ ਤਾਂ ਲੱਖਾਂ ਦਾ ਸੀਗਾ, ਸਾਡਾ ਬਾਪੂ ਕਰੋੜਾਂ ਦਾ ਸੀ। ਸੋ ਫਿਰ ਬਾਅਦ ਵਿੱਚ ਥੋੜਾ ਬਾਤਾ ਲੋਕਾਂ ਨੂੰ ਉਸ ਕਾਨੂੰਨ ਨੂੰ, ठीक है, जेडे कानून किधरे ना किधरे कानून च भी गलतियां हो सकदियां, पर किधरे किधरे वो सही भी हैगे ने। सो उन्होंने लोगों ने फिर आख्या कि इदां तां सारे बजुर्ग लोग की करनगे, सड़कों ते छड्ड दिया करनगे। लोकां ते इत्थे ते जिहड़ा साइकिल वाला है वो भी किसी दे विच वज गया, ते बजुर्ग अवस्था दे विच तां बंदा डिग्गिया नहीं ते हड्ड पैर टुੱਟਾ नहीं। ਇਹਦੇ ਤੇ ਸਾਰੇ ਲੋਕ ਬਿਜ਼ਨਸ ਬਣਾ ਲੈਣਗੇ ਵੀ ਸਾਡਾ ਬਾਪੂ 15 ਲੱਖ ਦਾ ਸੀ, ਸਾਡਾ ਬਾਪੂ 10 ਲੱਖ ਦਾ ਸੀਗਾ। ਇਵੇਂ ਕਰਕੇ ਲੋਕਾਂ ਨੇ ਕਰਿਆ ਫਿਰ। सो उस विद्या का की लाभ होया। इस करके महाराज कहते सियाणपां जिहड़ियां ने छड्ड दे, इन्ना अनजान ना बन, तू इन्ना भोला ना बन। जदों सियाणपां छड्डेगा फिर तेरे कोल भगती आएगी, परमात्मा का नाम आएगा। सस्सा सियाणप छाड़ आना, हिकमत हुक्म ना प्रभ पतियाना। हुकूमत कीतियां परमात्मा कदी प्रसन्न नहीं हुंदा। जे असीं परमात्मा दे जीवां दे उपर जिहड़ी सेवा लाई है वो एक वक्री चीज है। अध्यापक बच्चों नूं पढ़ाउण वास्ते ही है। सो मास्टर ने उन्होंने बच्चों नूं मारना भी है, उन्होंने बच्चों नूं झिड़कना भी है, पर उस बच्चे नूं समझाउणा भी है, सिक्ख्या भी देनी है। उत्थे ओदी हुकूमत करनी बनदी है। जिथे संसार दे जीवां दी रब ने सेवा लाई है, ओदी हुकूमत करनी बनदी है। पर जे असी संसार दे जीवां नूं बेफालतू हुकूमत करी गए भी नहीं, मेरा गुस्सा बहुत डड आए, मैं बहुत गुस्सेखोर हाँ, मेरा सुभाव बड़ा भैड़ा है, उत्थे महाराज कहंदे ने ओ तेरी हुकूमत, हुक्म तू करदा पिया है, उहदे नाल परमात्मा रीझण वाला नहीं है, उहदे नाल परमात्मा खुश होण वाला नहीं है। परमात्मा जी दे अगे तू तरले लैके आखदा महाराज अपना बिरद पछाण। परमात्मा दे अगे तू जाके ये आखदा महाराज असीं बच्चे हाँ तेरे, पर जदों किसी दूजे बंदे नूं माफी देनी होवे, किसी दूजे दे कोलों गलती हो जाए, कदी उत्थे आख्या है भी हाँ सरीरक है, संसारी जीव है, गलती हो सकती है, उत्थे नहीं सोचदा तू। जदों तेनू आप नूं औगण लगदा है, जदों तेनू आप तो औगण हुंदा है, फिर गुरु अगे अरदासां करदा है महाराज अपने बिरद दी संभाल कर। महाराज तुसीं मिठ बोलड़े हो, महाराज तुसीं भला करन वाले हो, असीं तुहाडे जीव हां, अलपग जीव हां। पर जदों आप माफी देनी होवे उत्थे तू भुल जाना है कि मैं किसी समय ये अरदास कीती सी रब अगे, महाराज असीं अलपग जीव हां, जिहड़ा सामने गलती करन वाला है, भुल करन वाला वो भी तां अलपग है, ਉਹਦੇ ਤੋਂ भी भुल हो सकती है। इस करके महाराज कहते ने हुक्म दे नाल हुकूमत कीतियां परमात्मा कदी रीझदा नहीं है। सैंस भात करें चतुराई, अनेकां तरीकिਆਂ ਦੇ ਨਾਲ ਭਾਂਤਾਂ ਭਾਂਤਾਂ ਦੀਆਂ तू चतुराइयां करदा है। बड़े तरीके लभदा है चतुराइयां करन वास्ते, बहुत चलाकियां करदा है, किते किन्नियां क चलाकियां करदा है। अज कल औगण करन वाले बंदे भी इन्ने ज्यादा चलाक हो गए कि वो भी वैसे तो जिहड़ी ईगो है, जिहड़ी हौमे, वो गुणां नाल ही आउंदी है, हमेशा गुणां नाल आउंदी। जिन्ना चंगा गुण होएगा उन्नी ज्यादा ये अपना प्रैशर पाउंदी है, उन्ना ज्यादा ये अपना प्रभाव पाउंदी है। पर एक जिहड़े बंदे ने चोरी कीती, जिहड़े बंदे ने धोखा कीता,
ਜੇ ਉਹਦਾ ਧੋਖਾ ਠੱਗੀ ਫਰੇਬ ਸੰਸਾਰ ਦੇ ਸਾਹਮਣੇ ਨਹੀਂ ਆਇਆ, ਉਹ ਵੀ ਫਿਰ ਆਪਣੇ ਹੰਕਾਰ ਦੇ ਵਿੱਚ ਤੁਰਿਆ ਫਿਰਦਾ। ਵੇਖੋ ਮੈਂ ਚੋਰੀ ਕੀਤੀ ਤੇ ਕਿਸੇ ਨੂੰ ਕੰਨੋਂ ਕੰਨ ਪਤਾ ਨਹੀਂ ਲੱਗਣ ਦਿੱਤਾ, ਮੈਂ ਚਤਰਾਈ ਕੀਤੀ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ। ਔਰ ਇਹ ਹੁੰਦਾ ਵੀ ਹੈ, ਕਈਆਂ ਨਾਲ ਹੋਇਆ ਹੋਵੇਗਾ, ਅਸੀਂ ਦੁਕਾਨ ਤੇ ਕਿਸੇ ਦੁਕਾਨ ਤੋਂ ਸਾਧਨ ਸੌਦਾ ਲੈਣ ਗਏ, ਸਮਾਨ ਲੈਣ ਗਏ, ਅਸੀਂ ਉਹਨੂੰ ਰੁਪਈਆ ਦਿੱਤਾ ਸੀ 100, ਉਹਨੇ ਸਾਨੂੰ ਵਾਪਸ 120 ਮੋੜ ਦਿੱਤੇ। ਤੇ ਅਸੀਂ ਕਦੀ ਆਖਿਆ ਵੀ ਆਹ ਤੇਰੇ 20 ਰੁਪਏ ਵੱਧ ਐ, ਸਗੋਂ ਖੁਸ਼ ਹੋ ਕੇ ਆਉਣੇ ਆ। ਉਹਨੂੰ ਭੁਲੇਖਾ ਲੱਗ ਗਿਆ, ਅੱਜ ਉਹਨੂੰ ਅੱਜ ਭੁਲੇਖਾ ਲੱਗ ਗਿਆ, ਮੈਂ ਤਾਂ 100 ਰੁਪਏ ਦਿੱਤਾ ਸੀ, ਉਹਨੇ ਸਗੋਂ ਮੈਨੂੰ 120 ਮੋੜ ਦਿੱਤੇ। ਖੁਸ਼ ਹੁੰਨੇ ਆ ਨਾ। ਕਦੀ ਨਹੀਂ ਆਖਿਆ ਕਿ ਉਹਨੂੰ 20 ਰੁਪਏ ਦੀ ਬਜਾਏ ਉਹਨੂੰ 30 ਦੇ ਦੇਵਾਂ, ਮੈਂ ਹੀ ਖੁਸ਼ ਹੋ ਜਾਵਾਂ। ਮੈਨੂੰ ਖੁਸ਼ੀ ਨਹੀਂ ਹੁੰਦੀ, ਅਗਲੇ ਨੂੰ ਭੁਲੇਖਾ ਲੱਗ ਗਿਆ, ਉਹਨੂੰ ਪਤਾ ਨਹੀਂ ਲੱਗਿਆ। ਇੰਨੀ ਚਲਾਕੀ ਕੀਤੀ, ਛੋਟੀਆਂ ਛੋਟੀਆਂ ਚੀਜ਼ਾਂ ਚੁੱਕ ਲਈਆਂ, ਇੰਨੀ ਚਲਾਕੀ ਕੀਤੀ, ਪਤਾ ਨਹੀਂ ਲੱਗਿਆ। ਸੋ ਮਹਾਰਾਜ ਕਹਿੰਦੇ ਨੇ, ਵੇਖ ਇਹ ਸਹਿ ਸੰਭਾਤ ਕਿੰਨਿਆਂ ਅਨੇਕਾਂ ਤਰੀਕਿਆਂ ਨਾਲ ਤੂੰ ਚਤਰਾਈਆਂ ਕਰਦਾ ਹੈ, ਪਰ ਕਹਿੰਦੇ ਨੇ ਸੰਗ ਤੁਹਾਰੇ ਏਕ ਨਾ ਜਾਈ, ਤੇਰੇ ਨਾਲ ਇੱਕ ਵੀ ਨਹੀਂ ਜਾਣੀ। ਫਿਰ ਉੱਥੇ ਜਿੱਥੋਂ ਲੇਖਾ ਮੰਗਿਆ ਜਾਏਗਾ, ਫਿਰ ਮਹਾਰਾਜ ਤਾਂ ਹੀ ਕਹਿੰਦੇ ਨੇ ਨਾ, ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ। ਕਿਉਂਕਿ ਜਿਵੇਂ ਜਿਵੇਂ ਅਸੀਂ ਤੁਰੇ ਗਏ, ਫਿਰ ਸਾਨੂੰ ਸਾਰਾ ਚੇਤਾ ਆਈ ਜਾਣਾ ਵੀ ਅੱਜ ਦੇ ਨਾਲ ਮੈਂ ਠੱਗੀ ਕੀਤੀ, ਇਹਦੇ ਨਾਲ ਧੋਖਾ ਕੀਤਾ, ਇੱਥੇ ਚੋਰੀ ਕੀਤੀ ਸੀ। ਫਿਰ ਚੇਤਾ ਆਈ ਜਾਏਗਾ, ਫਿਰ ਧਰਮਰਾਜ ਦੇ ਸਾਹਮਣੇ ਜਾਣ ਤੋਂ ਡਰ ਲੱਗੇਗਾ ਕਿ ਨਹੀਂ ਲੱਗੇਗਾ? ਲੱਗੇਗਾ ਨਾ। ਕਿਉਂਕਿ ਜਿਵੇਂ ਜਿਵੇਂ ਬੰਦਾ ਚਲਿਆ ਗਿਆ, ਉਹਨੂੰ ਚੇਤੇ ਆਉਂਦਾ ਗਿਆ ਵੀ ਹਾਂ ਬਿਲਕੁਲ ਆਹ ਮੈਂ ਕੀਤੇ ਆ, ਔਗਣ ਕੀਤੇ। ਹੁਣ ਧਰਮਰਾਜ ਜਾ ਕੇ ਕੀ ਕਰੇਗਾ? ਫਿਰ ਧਰਮਰਾਜ ਕੀ ਕਰੇਗਾ? ਫਿਰ ਸਾਨੂੰ ਡਰ ਲੱਗਣ ਲੱਗ ਪੈਂਦਾ। ਇਸ ਕਰਕੇ ਮਹਾਰਾਜ ਕਹਿੰਦੇ, ਤੇਰੇ ਸੰਗ ਇੱਕ ਵੀ ਨਹੀਂ ਜਾਣੀ, ਸੋਊ ਸੋਊ ਜਪ ਦਿਨ ਰਾਤੀ, ਵਾਹਿਗੁਰੂ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਦਿਨ ਰਾਤ ਜਪਿਆ ਕਰ। ਜਪਣ ਤੋਂ ਭਾਵ ਉਹਨੂੰ ਚੇਤੇ ਰੱਖ। ਤੇ ਜਿਹੜਾ ਪ੍ਰਮਾਤਮਾ ਨੂੰ ਚੇਤੇ ਦੇ ਵਿੱਚ ਰੱਖਦਾ ਹੈ, ਉਹ ਵਿਕਾਰ ਨਹੀਂ ਕਰਦਾ, ਫਿਰ ਉਹ ਪ੍ਰਮਾਤਮਾ ਦੇ ਵਿੱਚ ਧਿਆਨ ਲਾਉਂਦਾ ਹੈ, ਸਾਰੇ ਜੀਆਂ ਦੇ ਵਿੱਚ ਪ੍ਰਮਾਤਮਾ ਨੂੰ ਦੇਖਦਾ ਹੈ। ਰੇ ਜੀ ਚੱਲੇ ਤੁਹਾਰੇ ਸਾਥੀ। ਇੱਕ ਪਾਸੇ ਕਹਿਣ ਲੱਗੇ ਮਹਾਰਾਜ ਕਹਿੰਦੇ ਚਤਰਾਈਆਂ ਨਾਲ ਨਹੀਂ ਜਾਣੀਆਂ, ਇੱਥੇ ਮਹਾਰਾਜ ਕਹਿੰਦੇ ਨੇ ਜਿਹੜਾ ਵਾਹਿਗੁਰੂ ਵਾਹਿਗੁਰੂ ਦਿਨ ਰਾਤ ਜਪਦਾ ਹੈ, ਉਦੋਂ ਨਾਲ ਪ੍ਰਮਾਤਮਾ ਦਾ ਨਾਮ ਜਾਂਦਾ ਹੈ। ਰੇ ਜੀ ਜਿੰਦ, ਕਿਉਂਕਿ ਮਹਾਰਾਜ ਨੂੰ ਪਤਾ ਸੀ ਵੀ ਸਰੀਰ ਤਾਂ ਜਾਣਾ ਨਹੀਂ, ਸੰਸਾਰ ਦਾ ਜੀ ਬਹੁਤ ਚਲਾਕ ਹੈ, ਇਹ ਆਖੇਗਾ ਵੀ ਸਰੀਰ ਤਾਂ ਜਾਣਾ ਨਹੀਂ। ਫਿਰ ਇਹ ਕਿਵੇਂ ਕਹਿ ਦਿੱਤਾ? ਇਸ ਕਰਕੇ ਜੀ ਮਹਾਰਾਜ ਨੇ ਜ਼ਰੂਰ ਨਾਲ ਲਾ ਦਿੱਤਾ ਵੀ ਰੇ ਜੀ ਹੈ ਜਿੰਦ ਹੈ ਆਤਮਾ, ਤੇਰੇ ਨਾਲ ਪਰਮਾਤਮਾ ਦਾ ਨਾਮ ਜਾਏਗਾ। ਰੇ ਜੀ ਚੱਲੇ ਤੁਹਾਰੇ ਸਾਥੀ, ਸਾਧ ਸੇਵਾ ਲਾਵੇ ਜਿਹੇ ਆਪੇ। ਕਹਿੰਦੇ ਨੇ ਇਹ ਤਾਂ ਗੁਰੂ ਅੱਗੇ ਅਰਦਾਸ ਕੀਤੀ ਜਾ ਸਕਦੀ ਹੈ। ਫਿਰ ਜਦੋਂ ਗੁਰੂ ਅਰਦਾਸ ਸੁਣਦਾ ਹੈ, ਫਿਰ ਸਾਨੂੰ ਆਪਣੇ ਆਪ ਸੋਝੀ ਬਖਸ਼ ਦਿੰਦਾ ਹੈ ਤੇ ਮਨੁੱਖ ਸੇਵਾ ਕਰਨ ਲੱਗ ਜਾਂਦਾ ਹੈ, ਮਨੁੱਖ ਸਿਮਰਨ ਕਰਨ ਲੱਗ ਜਾਂਦਾ ਹੈ, ਬੰਦਗੀ ਕਰਨ ਲੱਗ ਜਾਂਦਾ ਹੈ। ਸਾਧ ਸੇਵਾ ਲਾਵੇ ਜੇ ਆਪੇ, ਆਪ ਹੀ ਕਿਰਪਾ ਕਰਕੇ, ਆਪ ਕਿਰਪਾ ਕਰਕੇ। ਵੇਖੋ ਕਈ ਵਾਰੀ ਅਜਿਹਾ ਹੁੰਦਾ ਹੈ ਕਿ ਜਦੋਂ ਅਸੀਂ ਵਿਦਿਆਰਥੀ ਹਾਂ, ਸਾਰੇ ਜਿਹੜੇ ਪੜ੍ਹਦੇ ਆਏ ਨੇ, ਜਦੋਂ ਕਿਤੇ ਕੋਈ ਟੀਚਰ ਕਿਸੇ ਇੱਕ ਦੂਜੇ ਨੂੰ ਸਵਾਲ ਪੁੱਛੇ ਤੇ ਉਹ ਕੀ ਕਰਦਾ ਹੈ ਵੀ ਕਿਸੇ ਬੱਚੇ ਨੂੰ ਸਵਾਲ ਪੁੱਛਦਾ ਹੈ ਵੀ ਇਹਦਾ ਜਵਾਬ ਦਿਓ, ਹੁਣ ਇਸ ਸਵਾਲ ਦਾ ਜਵਾਬ ਦੇਣਾ ਹੈ। ਸੋ ਜਿਨ੍ਹਾਂ ਨੂੰ ਆਉਂਦਾ ਹੁੰਦਾ ਹੈ, ਟੀਚਰ ਭਾਵੇਂ ਕਿ ਉਹਨਾਂ ਨੂੰ ਨਹੀਂ ਪੁੱਛ ਰਿਹਾ, ਉਹ ਬਾਂਹ ਖੜੀ ਕਰਕੇ ਕਹਿੰਦੇ ਮਾਸਟਰ ਜੀ ਮੈਂ ਦੱਸਾਂ। ਜਦੋਂ ਕਿਸੇ ਨੂੰ ਨਹੀਂ ਪਤਾ ਹੁੰਦਾ, ਫਿਰ ਜਿਹਨੂੰ ਆਉਂਦਾ ਉਹ ਕਹਿੰਦਾ ਮਾਸਟਰ ਜੀ ਮੈਂ ਦੱਸਾਂ। ਫਿਰ ਉਹ ਕਹਿੰਦਾ ਚੱਲ ਪੁੱਤਰ ਤੂੰ ਦੱਸ ਦੇ। ਸੋ ਐਵੇਂ ਪ੍ਰਮਾਤਮਾ ਹੈ। ਜੇ ਪ੍ਰਮਾਤਮਾ ਸਾਰਿਆਂ ਨੂੰ ਵੈਸੇ ਸੋਝੀ ਬਖਸ਼ਿਸ਼ ਕਰਦਾ ਹੈ, ਤੇ ਜੇ ਪ੍ਰਮਾਤਮਾ ਦੇ ਅੱਗੇ ਅਰਦਾਸ ਅਸੀਂ ਆਪ ਹੀ ਕਰ ਲਈਏ, ਮਹਾਰਾਜ ਮੇਰੇ ਵੱਲ ਵੀ ਧਿਆਨ ਦੇ ਦਿਓ, ਫਿਰ ਉਸ ਅਰਦਾਸ ਦੇ ਵਿੱਚ ਸ਼ਾਮਲ ਜਿਹੜੇ ਨੇ, ਸਾ ਮਤ ਦੇਹੋ ਦਿਆਲ, ਹੇ ਮਹਾਰਾਜ ਜੀ ਮੈਨੂੰ ਉਹ ਮਤ ਦੇ ਜਿਤ ਤੁਮੇ ਅਰਾਧਾ, ਜਿਹਦੇ ਨਾਲ ਮੈਂ ਤੇਰੀ ਬੰਦਗੀ ਕਰ ਸਕਾਂ। ਦਿਨ ਰਾਤ ਮੇਰੇ ਅੰਦਰ ਪਿਆਸ ਲੱਗੀ ਹੈ ਤੇਰੇ ਦਰਸ਼ਨਾਂ ਦੀ, ਬੇਨਤੀ ਕਰਾਂ ਮੈਂ ਮਹਾਰਾਜ ਦੇ ਅੱਗੇ, ਬੇਨਤੀ ਕਰ ਸਕਾਂ। ਅਸੀਂ ਵੀ ਕਹਿ ਸਕਦੇ ਹਾਂ ਦੇ ਵਾਸਤੇ ਵੀ ਅਸੀਂ ਵੀ ਨਾਮ ਜਪ ਲਈਏ, ਵਾਹਿਗੁਰੂ ਜੀ ਅਸੀਂ ਵੀ ਸਿਮਰਨ ਕਰ ਲਈਏ। ਫਿਰ ਕਹਿੰਦੇ ਨੇ ਉਹ ਗੁਰੂ ਕੀ ਕਰੇਗਾ? ਕਿਰਪਾ ਕਰੇਗਾ ਸਾਡੇ ਉੱਪਰ, ਜੀਵਾਂ ਦੇ ਉੱਪਰ, ਸਾਨੂੰ ਨਾਮ ਦੀ ਦਾਤ ਬਖਸ਼ੇਗਾ। ਨਾਨਕ ਤਾਕੋ ਦੁੱਖ ਨਾ ਵਿਆਪੇ, ਅਜਿਹੇ ਬੰਦੇ ਨੂੰ ਕਦੀ ਦੁੱਖ ਨਹੀਂ ਵਿਆਪਦਾ। ਸਰੀਰ ਹੈ, ਸਰੀਰ ਦੇ ਉੱਤੇ ਸੱਟ ਲੱਗੇਗੀ, ਦੁੱਖ ਵਿਆਪੇਗਾ। ਕੀ ਬਾਬਾ ਅਜੀਤ ਸਿੰਘ ਜੀ ਨੇ ਨਾਮ ਨਹੀਂ ਜਪਿਆ ਸੀ? 300 ਤੋਂ ਵੱਧ ਫੱਟ ਲੱਗੇ ਸਰੀਰ ਦੇ ਉੱਪਰ। ਬਾਬਾ ਫਤਿਹ ਸਿੰਘ ਨੇ ਨਾਮ ਨਹੀਂ ਜਪਿਆ ਸੀ? ਛੋਟੀ ਉਮਰ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ। ਉਹ ਸਰੀਰਕ ਦੁੱਖ ਇੱਕ ਵੱਖਰਾ ਹੈ, ਉਹ ਤਾਂ ਸੱਚ ਬੋਲਣ ਤੇ ਕਿਸੇ ਨੂੰ ਵੀ ਉਹ ਲੱਗ ਸਕਦਾ ਹੈ, ਸੱਚ ਬੋਲਦਿਆਂ ਬੋਲਦਿਆਂ ਕੋਈ ਵੀ ਸਾਡਾ ਵੈਰੀ ਬਣ ਸਕਦਾ ਹੈ, ਪਰ ਜਿਹੜਾ ਦੁੱਖ ਧਰਮਰਾਜ ਦੀ ਕਚਹਿਰੀ ਦੇ ਵਿੱਚ ਜਾ ਕੇ ਲੱਗਣਾ ਹੈ,
ਉਹ ਦੁੱਖ ਨਹੀਂ ਬੰਦੇ ਨੂੰ ਵਿਆਪਦਾ। ਫਿਰ ਜਦ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ, ਉੱਥੇ ਮੁਖ ਲੈ ਕੇ ਜਾਣ ਵਾਲਾ ਬੰਦਾ ਜਿਹੜਾ ਸੋਚਦਾ ਵੀ ਕਿਹੜਾ ਮੁਖ ਲੈ ਕੇ ਜਾਵੇਗਾ, ਫਿਰ ਉਹ ਬੰਦਾ ਹੁਣ ਉੱਚੀ ਉੱਚੀ ਉਡਾਰੀਆਂ ਮਾਰਦਾ ਜਾਂਦਾ ਹੈ, ਖੁਸ਼ ਹੋ ਕੇ ਜਾਂਦਾ ਹੈ ਕਿ ਅਸੀਂ ਪ੍ਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋ ਗਏ। ਗੁਰੂ ਸਾਹਿਬ ਸਾਡੇ ਸਾਰੇ ਜੀਵਾਂ ਦੇ ਉੱਪਰ ਕਿਰਪਾ ਕਰਨ, ਸਾਨੂੰ ਵੀ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਨ, ਸਾਡੇ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨ, ਦੇਹ ਰੋਗਤਾ ਦੀਆਂ ਦਾਤਾਂ ਬਖਸ਼ਿਸ਼ ਕਰਨ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਖਿਮਾ ਕਰਨੀਆਂ ਜੀ। ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ